ਹੈਲੋ ਸਟੂਡੈਂਟਸ, ਅੱਜ ਮੈਂ ਪਰਤ ਆਉਣ ਤੱਕ ਇਕਾਂਗੀ ਜਿਹੜੀ ਆ ਉਹ ਦੁਬਾਰਾ ਬਣਾ ਰਹੀ ਹਾਂ ਕਿਉਂਕਿ ਪਹਿਲੀ ਵੀਡੀਓ ਜਿਹੜੀ ਆ ਕੁਛ ਕਲੈਰਿਟੀ ਦੇ ਨਾਲ ਨਹੀਂ ਬਣੀ ਹੋਈ ਸੀਗੀ। ਇਸ ਕਰਕੇ ਉਹਦੇ ਵਿੱਚ ਜਿਹੜੇ ਆ ਬੱਚਿਆਂ ਨੂੰ ਕੁਝ ਪਰੇਸ਼ਾਨੀ ਆ ਰਹੀ ਸੀ, ਜਿਸ ਕਰਕੇ ਅੱਜ ਮੈਂ ਦੁਬਾਰਾ ਜਿਹੜਾ ਆ ਇਹ ਪਰਤ ਆਉਣ ਤੱਕ ਇਕਾਂਗੀ ਬਣਾਉਣ ਦਾ ਉਦਮ ਕਰ ਰਹੀ ਹਾਂ ਤਾਂ ਕਿ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਇਹਦਾ ਜਿਹੜਾ ਆ ਰਿਵਾਈਜ਼ਡ ਵਰਜ਼ਨ ਦੇਖ ਸਕੋ। ਠੀਕ ਹੈ, ਸੋ ਪਰਤ ਆਉਣ ਤੱਕ ਜਿਹੜੀ ਇਕਾਂਗੀ ਹੈ, ਪਹਿਲਾਂ ਇਹਦਾ ਮੀਨਿੰਗ ਦੇਖੋ। ਪਰਤ ਦਾ ਮਤਲਬ ਹੁੰਦਾ ਵਾਪਸ ਆਉਣ ਤੱਕ। ਠੀਕ ਹੈ, ਸੋ ਇਸ ਇਕਾਂਗੀ ਦਾ ਜਿਹੜਾ ਅਰਥ ਹੈ ਉਹ ਕੀ ਹੈ? ਵਾਪਸ ਆਉਣ ਤੱਕ। ਔਰ ਇਹ ਜਿਹੜਾ ਇਹਦਾ ਨਾਮ ਹੈ ਨਾ ਪਰਤ ਆਉਣ ਤੱਕ, ਇਸ ਇਕਾਂਗੀ ਦਾ ਜਿਹੜਾ ਮੁੱਖ ਪਾਤਰ ਹੈ ਨਾ ਬਾਬਾ ਬਜ਼ੁਰਗ, ਉਹਦੀ ਸੋਚ ਦੇ ਆਧਾਰ 'ਤੇ ਰੱਖਿਆ ਗਿਆ ਆ ਕਿਉਂਕਿ ਇਹਦੇ ਵਿੱਚ ਜਿਹੜਾ ਬਜ਼ੁਰਗ ਸੀ ਉਹ ਇੱਕ ਉਮੀਦ 'ਤੇ ਜਿਉਂਦਾ ਆ ਕਿ ਉਹਦਾ ਜਿਹੜਾ ਸਾਂਝਾ ਪਰਿਵਾਰ ਆ ਉਹ ਵਾਪਸ ਇੱਕ ਦਿਨ ਆਪਣੇ ਘਰ ਪਰਤ ਆਵੇਗਾ, ਕਿਉਂਕਿ ਉਹਦਾ ਜਿਹੜਾ ਘਰ ਆ ਉਹ ਬਿਖਰ ਗਿਆ ਸੀ, 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ, ਜਿਸ ਤੋਂ ਉਹ ਰਾਜ਼ੀ ਨਹੀਂ ਸੀ, ਸੰਤੁਸ਼ਟ ਨਹੀਂ ਸੀ। ਇਸ ਕਰਕੇ ਉਹ ਉਮੀਦ ਲਾ ਕੇ ਬੈਠਾ ਸੀ ਕਿ ਇੱਕ ਦਿਨ ਉਹਦਾ ਜਿਹੜਾ ਪਰਿਵਾਰ ਹੈ, ਟੁੱਟਿਆ ਹੋਇਆ ਪਰਿਵਾਰ ਹੈ, ਉਹ ਵਾਪਸ ਪਰਤ ਆਵੇਗਾ। ਉਹਦੀ ਸੋਚ ਸੀ ਔਰ ਇਸੇ ਕਰਕੇ ਉਹ ਜਿਹੜਾ ਹੈ ਦ੍ਰਿੜ ਇਰਾਦਾ ਕਰਕੇ ਬੈਠਾ ਸੀ ਕਿ ਉਹ ਆਪਣੇ ਘਰ ਨੂੰ ਦੁਬਾਰਾ ਜੋੜ ਕੇ ਹੀ ਰਹੇਗਾ। ਇਸ ਕਰਕੇ ਜਿਹੜਾ ਇਸ ਇਕਾਂਗੀ ਦਾ ਨਾਮ ਹੈ ਉਹ ਪਰਤ ਆਉਣ ਤੱਕ ਰੱਖਿਆ ਗਿਆ ਆ। ਪਾਤਰ ਇਹਦੇ ਵਿੱਚ ਹੈਗੇ ਬੇਟਾ 2 ਮਰਾਸੀ ਜਿਹੜੇ ਆ ਉਹ ਪਰੰਪਰਕ, ਜਿਹੜੇ ਕਹਿ ਲਓ ਕਿ ਪੁਰਾਣੇ ਲੋਕਾਂ ਦਾ ਮਨੋਰੰਜਨ ਕਰਨ ਦੇ ਲਈ ਜਿਹੜੇ ਭੰਡ ਮਰਾਸੀ ਹੁੰਦੇ ਸੀ, ਉਹ 2 ਕਿਰਦਾਰ ਇਹਦੇ ਵਿੱਚ ਲਏ ਗਏ ਆ। ਔਰ ਇਹ ਜਿਹੜੇ ਆ ਪਹਿਲਾ ਜਿਹੜਾ ਦ੍ਰਿਸ਼ ਆਉਂਦਾ ਨਾ ਇਹਦੇ ਇਕਾਂਗੀ ਦੇ ਵਿੱਚ, ਉਹਦੇ 'ਚ ਇਹ ਭੰਡ ਮਰਾਸੀਆਂ ਦਾ ਕਿਰਦਾਰ ਨਿਭਾਉਂਦੇ ਆ। ਔਰ ਬਾਅਦ ਵਿੱਚ ਜਿਹੜਾ ਦੂਸਰਾ ਇਕਾਂਗੀ ਦਾ ਹਿੱਸਾ ਹੈ ਨਾ, ਉਹਦੇ ਵਿੱਚ ਇਹ ਸੁੰਦਰ ਤੇ ਸੱਜਣ ਦੇ ਮੁੰਡੇ ਬਣਦੇ ਆ। ਫਿਰ ਸੱਜਣ ਹੈ ਵੱਡਾ ਭਰਾ, ਸੁੰਦਰ ਛੋਟਾ ਭਰਾ। ਮਤਲਬ ਕੀ ਹੈ, ਇਹਦੇ ਵਿੱਚ ਜਿਹੜਾ ਬਜ਼ੁਰਗ ਹੈ ਨਾ, ਪੰਜਾਬਾ ਜਿਹਦਾ ਨਾਮ ਹੈ, ਸੱਜਣ ਤੇ ਸੁੰਦਰ ਦੋਵੇਂ ਉਹਦੇ ਮੁੰਡੇ ਆ। ਸੱਜਣ ਵੱਡਾ ਮੁੰਡਾ ਆ ਤੇ ਸੁੰਦਰ ਛੋਟਾ ਮੁੰਡਾ ਹੈ। ਕਰਤਾਰੀ ਜਿਹੜੀ ਹੈ ਉਹ ਵੱਡੇ ਭਰਾ ਦੀ ਘਰਵਾਲੀ, ਮਤਲਬ ਸੱਜਣ ਦੀ ਘਰਵਾਲੀ ਦਾ ਨਾਮ ਕੀ ਹੈ? ਕਰਤਾਰੀ ਹੈ। ਸੰਤੀ ਛੋਟੇ ਭਰਾ ਦੀ ਘਰਵਾਲੀ, ਮਤਲਬ ਸੁੰਦਰ ਦੀ ਘਰਵਾਲੀ ਦਾ ਨਾਮ ਕੀ ਹੈ? ਸੰਤੀ। ਗੁਰਦੀਪ ਜਿਹਦਾ ਛੋਟਾ ਨਾਮ ਕੀ ਹੈ? ਦੀਪਾ, ਸੱਜਣ ਦਾ ਮੁੰਡਾ। ਸੋ ਫੈਮਿਲੀ ਕਿੱਦਾਂ ਬਣੀ ਹੈ? ਸੱਜਣ ਦੀ ਵਹੁਟੀ ਕਰਤਾਰੀ ਤੇ ਕਰਤਾਰੀ ਦਾ ਮੁੰਡਾ ਦੀਪਾ। ਠੀਕ ਹੈ, ਉਸ ਤੋਂ ਬਾਅਦ ਸੁੰਦਰ ਦੀ ਵਹੁਟੀ ਸੰਤੀ ਤੇ ਸੰਤੀ ਦਾ ਮੁੰਡਾ ਕੀ ਹੈ? ਰਜਿੰਦਰ, ਮਤਲਬ ਜਿੰਦਾ। ਠੀਕ ਹੈ, ਸੁੰਦਰ ਤੇ ਸੰਤੀ ਦਾ ਮੁੰਡਾ। ਬਜ਼ੁਰਗ ਕੌਣ ਹੈ? ਇਹ ਸੱਜਣ ਤੇ ਸੁੰਦਰ ਦਾ ਪਿਓ ਹੈ, ਦੋਨਾਂ ਦਾ। ਸਮਾਂ ਅੱਜ ਕੱਲ੍ਹ ਦਾ ਔਰ ਸਥਾਨ ਪੰਜਾਬ ਦਾ ਕੋਈ ਪਿੰਡ, ਕਿਸੇ ਪਿੰਡ ਦਾ ਦ੍ਰਿਸ਼ ਜਿਹੜਾ ਆ ਉਹ ਇਸ ਇਕਾਂਗੀ ਦੇ ਵਿੱਚ ਲਿਆ ਗਿਆ ਹੈ। ਪਹਿਲੇ ਦ੍ਰਿਸ਼ ਦੇ ਵਿੱਚ ਦੇਖੋ, ਉਹਨਾਂ ਨੇ ਰਾਜੇ ਸਾਡੀ ਜਿਹੜੀ ਪੁਰਾਤਨ ਕਲਾ ਸੀ ਨਾ, ਜਿਹੜੀ ਭੰਡ ਮਰਾਸੀਆਂ ਦੇ ਰੂਪ ਵਿੱਚ ਪ੍ਰਚਲਿਤ ਸੀ, ਇਹ ਲੋਕਾਂ ਦਾ ਮੁੱਖ ਕੰਮ ਜਿਹੜਾ ਹੈ ਉਹ ਲੋਕਾਂ ਨੂੰ ਆਪਣੀਆਂ ਊਲ ਜਲੂਲ ਗੱਲਾਂ ਦੇ ਨਾਲ ਹਸਾਉਣਾ, ਖੁਸ਼ ਕਰਨਾ ਤੇ ਉਹਨਾਂ ਤੋਂ ਬਦਲੇ ਦੇ ਵਿੱਚ ਦਮੜੇ ਹੁੰਦੇ ਪੈਸੇ ਪ੍ਰਾਪਤ ਕਰਨਾ ਸੀ, ਜਿਹਦੇ ਨਾਲ ਇਹਨਾਂ ਦਾ ਖਾਨਦਾਨ ਚੱਲਦਾ ਸੀ। ਸੋ ਸਾਡੀ ਕਲਾ ਦਾ ਇਹ ਪੁਰਾਤਨ ਰੂਪ ਸੀ, ਭੰਡ ਮਰਾਸੀਆਂ ਦੀ ਕਲਾ। ਠੀਕ ਹੈ, ਸੋ ਇਹਦੇ ਵਿੱਚ ਪਹਿਲੇ ਦ੍ਰਿਸ਼ ਦੇ ਵਿੱਚ ਦੇਖਦੇ ਹਾਂ ਆਪਾਂ ਕੀ ਹੋਇਆ। ਪਿੰਡ ਵਿੱਚ ਸਟੇਜ ਲੱਗੀ ਹੋਈ ਹੈ, ਪਰਦਾ ਹੋਇਆ ਹੈ, ਪੰਡਾਲ ਖਚਾ ਖਚ ਭੀੜ ਹੈ। ਸਪਸ਼ਟ ਹੈ ਕਿ ਪਿੰਡ ਦੇ ਲੋਕੀ ਕੋਈ ਸਮਾਗਮ ਵੇਖਣ ਆਏ ਹੋਏ ਹਨ। ਪੰਡਾਲ ਸੱਜਿਆ ਹੋਇਆ ਹੈ। ਅਚਾਨਕ 2 ਮਰਾਸੀ ਇੱਕ ਕੋਨੇ ਤੋਂ ਮੰਚ ਤੇ ਆ ਚੜ੍ਹਦੇ ਹਨ। ਉਹਨਾਂ ਨੇ ਪਰੰਪਰਕ ਮਰਾਸੀਆਂ ਵਾਲੇ ਕੱਪੜੇ ਪਾਏ ਹੋਏ ਹਨ ਤੇ ਇੱਕ ਹੱਥ ਦੇ ਵਿੱਚ ਉਹਨਾਂ ਦੇ ਚਮੋਟਾ ਕਹਿੰਦੇ ਛਿੱਤਰ, ਜਿਹਦੇ ਨਾਲ ਉਹ ਇੱਕ ਦੂਜੇ ਨੂੰ ਮਾਰਦੇ ਆ। ਦੂਜੇ ਦਾ ਹੱਥ ਵਾਰ-ਵਾਰ ਸਿਰ ਦੇ ਪਰਨੇ ਨੂੰ ਪੈਂਦਾ ਹੈ। ਮੰਚ ਤੇ ਚੜ੍ਹਦਿਆਂ ਹੀ ਬੋਲਦੇ ਆਉਂਦੇ ਆ। ਸੋ ਜਦੋਂ ਇਕਾਂਗੀ ਦਾ ਆਰੰਭ ਹੁੰਦਾ ਆ, ਪਹਿਲੇ ਦ੍ਰਿਸ਼ ਦੇ ਵਿੱਚ ਉਹਨਾਂ ਨੇ ਕੀ ਦਿਖਾਇਆ ਗਿਆ ਹੈ ਕਿ ਸਟੇਜ ਆ, ਪਿੰਡ ਦੇ ਵਿੱਚ ਸਟੇਜ ਲੱਗੀ ਹੋਈ ਹੈ, ਸਮਾਗਮ ਹੋਣ ਵਾਲਾ ਤੇ ਬਹੁਤ ਜ਼ਿਆਦਾ ਉਹਦੇ 'ਚ ਭੀੜ ਆ। ਕਾਫੀ ਲੋਕ ਜਿਹੜੇ ਆ ਸਮਾਗਮ ਦੇਖਣ ਲਈ ਆਏ ਹੋਏ ਆ, ਪਰ ਹਜੇ ਜਿਹੜਾ ਸਟੇਜ ਖਾਲੀ ਆ, ਸਟੇਜ ਦੇ ਉੱਪਰ ਕੋਈ ਵੀ ਕਲਾਕਾਰ ਨਹੀਂ ਆਏ, ਜਿਸ ਕਰਕੇ ਕੀ ਹੈ ਕਿ 2 ਮਰਾਸੀ ਜਿਹੜੇ ਆ ਮੌਕਾ ਪਾ ਕੇ ਸਟੇਜ ਦੇ ਉੱਪਰ ਆਏ ਆ। ਔਰ ਉਹਨਾਂ ਨੇ ਜਿਹੜੇ ਪਰੰਪਰਕ ਮਰਾਸੀਆਂ ਵਾਲੇ ਕੱਪੜੇ, ਮਤਲਬ ਕੀ ਉਹਨਾਂ ਦਾ ਲੰਬਾ ਝੱਗਾ, ਖੁੱਲਾ ਚਾਦਰਾ, ਸਿਰ ਦੇ ਉੱਪਰ ਪਰਨਾ ਤੇ ਹੱਥ ਦੇ ਵਿੱਚ ਉਹਨਾਂ ਦੇ ਕੀ ਹੈ? ਛਿੱਤਰ ਮਾਰਨ ਵਾਲਾ, ਉਹਨਾਂ ਨੇ ਪਾਇਆ ਹੋਇਆ ਆ। ਤੇ ਜਿਹੜਾ ਹੈ ਉਹ ਮੰਚ ਤੇ ਚੜ੍ਹਦਿਆਂ ਜਿਹੜੇ ਆ ਉਹ ਬੋਲਦੇ ਆਉਂਦੇ ਆ। ਕੀ ਬੋਲਦੇ ਆਉਂਦੇ ਆ? ਦੋਵੇਂ ਮਰਾਸੀਆਂ ਦਾ ਜ਼ਿਕਰ ਹੈ। ਭਾਗ ਲੱਗੇ ਰਹਿਣ, ਵੇਲ ਵੱਧਦੀ ਰਹੇ। ਭਾਗ ਹੁੰਦਾ ਕਿਸਮਤ ਜਾਗਦੀ ਰਹੇ। ਇਸੇ ਤਰ੍ਹਾਂ, ਕਿਉਂਕਿ ਕਿਸਮਤ ਵੀ ਭਾਗਾਂ ਵਾਲਿਆਂ ਦੀ ਲੱਗਦੀ ਹੈ ਨਾ, ਜਿਹਦੇ ਭਾਗ ਚੰਗੇ ਹੋਣ, ਜਿਹਦੀ ਕਿਸਮਤ ਚੰਗੀ ਹੋਵੇ, ਕਰਮ ਚੰਗੇ ਹੋਣ, ਉਹਦੀ ਹੀ ਕਿਸਮਤ ਜਾਗਦੀ ਹੈ। ਵੇਲ ਵੱਧਦੀ ਰਹੇ। ਵੇਲ ਹੁੰਦਾ ਪਰਿਵਾਰ ਵੱਧਦੇ ਰਹਿਣ। ਰੌਣਕਾਂ ਲੱਗੀਆਂ ਰਹਿਣ। ਕਿਹਦੀਆਂ? ਬੱਚਿਆਂ ਦੀਆਂ ਘਰਾਂ ਵਿੱਚ ਰੌਣਕਾਂ ਲੱਗੀਆਂ ਰਹਿਣ।
ਸਾਡੇ ਜਜ਼ਮਾਨਾਂ ਦੇ ਵਿਹੜੇ ਭਰਦੇ ਰਹਿਣ ਖੁਸ਼ੀਆਂ ਦੇ ਨਾਲ, ਧਨ ਦੌਲਤ ਨਾਲ, ਸਮਰਿੱਧੀ ਨਾਲ ਤੇ ਬੱਚਿਆਂ ਦੀਆਂ ਕਿਲਕਾਰੀਆਂ ਨਾਲ ਘਰ ਵਸਦੇ ਰਹਿਣ। ਸੋ ਦੋਵੇਂ ਜਿਹੜੇ ਮਰਾਸੀ ਹੈ ਉਹ ਲੋਕਾਂ ਨੂੰ ਅਸੀਸ ਦਿੰਦੇ ਹੋਏ ਆਉਂਦੇ ਆ, ਕਿਉਂਕਿ ਜਦੋਂ ਕਿਸੇ ਦੇ ਵੀ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਆ, ਕਿਸੇ ਦੇ ਵੀ ਪੁੱਤਰ ਦਾ ਵਿਆਹ ਹੁੰਦਾ ਆ, ਕਿਸੇ ਦੇ ਘਰ ਵਿੱਚ ਪੁੱਤਰ ਜਨਮ ਲੈਂਦਾ, ਤਾਂ ਇਹ ਲੋਕ ਜਿਹੜੇ ਆ ਵਧਾਈ ਮੰਗਦੇ, ਉਹਨਾਂ ਕੋਲੋਂ ਨੱਚ ਗਾ ਕੇ ਵਧਾਈ ਮੰਗਦੇ ਆ। ਇਸ ਕਰਕੇ ਜਿਹੜਾ ਹੈ ਇਹ ਲੋਕਾਂ ਨੂੰ ਅਸੀਸ ਦਿੰਦੇ ਹੋਏ ਆਉਂਦੇ ਆ ਕਿ ਇਸੇ ਤਰ੍ਹਾਂ ਹੀ ਲੋਕਾਂ ਦੇ ਜਿਹੜੀ ਆ ਕਿਸਮਤ ਜਾਗਦੀ ਰਵੇ, ਉਹਨਾਂ ਨੂੰ ਭਾਗ ਲੱਗੇ ਰਹਿਣ, ਇਸੇ ਤਰ੍ਹਾਂ ਉਹਨਾਂ ਦੇ ਪਰਿਵਾਰ ਜਿਹੜੇ ਆ ਵੱਧਦੇ ਰਹਿਣ ਔਰ ਘਰਾਂ ਦੇ ਵਿੱਚ ਬੱਚਿਆਂ ਦੀਆਂ ਰੌਣਕਾਂ ਲੱਗੀਆਂ ਰਹਿਣ। ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਜਜ਼ਮਾਨ ਹੈ, ਮਤਲਬ ਜਿਹੜੇ ਇੰਨੇ ਵੱਡੇ ਆਡੀਅנס ਆਏ ਹੋਏ ਆ ਨਾ ਹਾਲ ਦੇ ਵਿੱਚ, ਸਮਾਗਮ ਦੇ ਵਿੱਚ, ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਵਿਹੜੇ ਆ ਉਹ ਖੁਸ਼ੀਆਂ ਦੇ ਨਾਲ ਤੇ ਬੱਚਿਆਂ ਦੇ ਨਾਲ ਭਰਦੇ ਰਹਿਣ ਤੇ ਉਹਨਾਂ ਦੇ ਘਰ ਇਸੇ ਤਰ੍ਹਾਂ ਹੀ ਰਸਦੇ ਵਸਦੇ ਰਹਿਣ। ਪਹਿਲਾ, ਜੀ ਬਚਦੇ ਰਹਿਣ। ਜੀ ਮਤਲਬ ਹੁੰਦਾ ਘਰ ਦੇ ਮੈਂਬਰ। ਦੂਜਾ, ਦੁਰ ਫਿਟੇ ਮੂੰਹ ਤੇਰਾ ਉਹ ਜੀ ਬਚਦੇ ਰਹਿਣ। ਕੀ ਆਖਿਆ ਈ ਮਰੇ ਪਲੇਗ ਪਈ ਹੈ ਕਿ ਹੈਜ਼ਾ ਫੈਲਿਆ ਹੋਇਆ। ਇੱਥੇ ਹੁਣ ਜਿਹੜੀਆਂ ਆ ਇਹ ਜ਼ਿਕਰ ਕੀਤਾ ਗਿਆ ਆ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਆ ਕਾਫੀ ਲੋਕ ਬਿਮਾਰੀਆਂ ਦੇ ਨਾਲ ਮਰਦੇ ਸੀ, ਕਿਉਂਕਿ ਉਸ ਸਮੇਂ ਜਿਹੜਾ ਹੈ ਬਹੁਤਾ ਡਾਕਟਰੀ ਇਲਾਜ ਸੰਭਵ ਨਹੀਂ ਸੀ, ਇਸ ਕਰਕੇ ਲੋਕ ਜਿਹੜੇ ਆ ਉਹ ਬਿਮਾਰੀਆਂ ਦੇ ਨਾਲ ਮਰਦੇ ਸੀ। ਸੋ ਪਹਿਲਾ ਮਰਾਸੀ ਜਦੋਂ ਕਹਿੰਦਾ ਹੈ ਨਾ ਕਿ ਜੀ ਇਸੇ ਤਰ੍ਹਾਂ ਬਚਦੇ ਰਹਿਣ, ਤਾਂ ਦੂਜਾ ਮਰਾਸੀ ਕਹਿੰਦਾ ਆ ਕਿ ਇੱਕ ਇਹੋ ਜਿਹੀ ਗੱਲ ਕੀਤੀ ਕਿ ਜੀ ਬਚਦੇ ਰਹਿਣ, ਕਿਉਂਕਿ ਉਸ ਸਮੇਂ ਤਾਂ ਨਾ ਤਾਂ ਪਲੇਗ ਫੈਲਿਆ ਹੋਇਆ ਸੀ ਤੇ ਨਾ ਹੀ ਹੈਜ਼ਾ ਫੈਲਿਆ ਹੋਇਆ ਸੀ, ਕੋਈ ਬਿਮਾਰੀ ਦਾ ਨਾਮੋ ਨਿਸ਼ਾਨ ਤਾਂ ਹੈ ਨਹੀਂ ਸੀ, ਫਿਰ ਇਹੋ ਜਿਹੀ ਗੱਲ ਕਿਉਂ ਕਰਨੀ ਹੋਈ। ਤਾਂ ਪਹਿਲਾਂ ਕੀ ਕਹਿੰਦਾ, ਨਹੀਂ ਹੋ ਪਲੇਗ ਹੈਜ਼ਾ ਤੇ ਅੱਜ ਕੱਲ੍ਹ ਨਹੀਂ ਉਹ ਪੈਂਦੇ, ਸਰਕਾਰ ਨੇ ਰੋਕਾਂ ਲਾ ਛੱਡੀਆਂ। ਮਤਲਬ ਕੀ ਹੈ ਕਿ ਅੱਜ ਕੱਲ੍ਹ ਜਿਹੜਾ ਆ ਸਰਕਾਰ ਇਹਨਾਂ ਬਿਮਾਰੀਆਂ ਦਾ ਇਲਾਜ ਲੱਭਣ ਦੇ ਵਿੱਚ ਕਾਮਯਾਬ ਹੋ ਗਈ ਆ, ਟੀਕੇ ਬਣ ਗਏ ਨੇ, ਇਲਾਜ ਸੰਭਵ ਹੋ ਗਿਆ ਆ, ਸਰਕਾਰ ਨੇ ਜਿਹੜੀਆਂ ਆ ਰੋਕਾਂ ਲਾ ਛੱਡੀਆਂ। ਇਸ ਕਰਕੇ ਅੱਜ ਕੱਲ੍ਹ ਬੇਸ਼ੱਕ ਪਲੇਗ ਤੇ ਹੈਜ਼ਾ ਵਰਗੀਆਂ ਬਿਮਾਰੀਆਂ ਤਾਂ ਹੁਣ ਸਾਡੇ ਜਿਹੜੀਆਂ ਆ ਸਮਾਜ ਦੇ ਵਿੱਚ ਨਹੀਂ ਹੋ ਰਹੀਆਂ, ਪਰ ਫਿਰ ਵੀ ਜਿਹੜਾ ਹੈ ਉਹ ਦੂਜਾ ਮਰਾਸੀ ਕੀ ਕਹਿੰਦਾ ਆ, ਦੂਜਾ ਤੇ ਫਿਰ ਹੋਰ ਕੀ ਆਫਤ ਹੁੰਦਾ ਬੇਟਾ ਮੁਸੀਬਤ, ਕੀ ਜੇਕਰ ਇਹ ਬਿਮਾਰੀਆਂ ਨਹੀਂ ਤਾਂ ਫਿਰ ਹੋਰ ਕੀ ਮੁਸੀਬਤ ਆਈ ਹੋਈ ਹੈ। ਪਹਿਲਾ, ਓਏ ਮੱਖਣਾ ਤੇਰੀ ਖਰੋਪੜੀ 'ਚ, ਖਰੋਪੜੀ ਮਤਲਬ ਦਿਮਾਗ 'ਚ ਕੋਈ ਗੱਲ ਨਹੀਂ ਉਹ ਪੈਂਦੀ, ਓਏ ਆ ਮਾਰ ਧਾੜ ਤੋਂ ਮਤਲਬ ਵੀ ਮੇਰਾ ਭਈ ਜੀ ਬਚਦੇ ਰਹਿਣ, ਮੱਖਾਂ ਅੱਗਾਂ ਲੱਗੀ ਜਾਂਦੀਆਂ ਨੇ ਮੇਰੇ ਪੁੱਤ ਦੀਆਂ। ਮਤਲਬ ਕੀ ਹੈ ਕਿ ਅੱਜ ਕੱਲ੍ਹ ਸਾਡੇ ਜਿਹੜਾ ਸਮਾਜ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਸ਼ਾਂਤੀ ਦਾ ਮਾਹੌਲ ਨਹੀਂ ਹੈ। ਅੱਜ ਕੱਲ੍ਹ ਹਰ ਪਾਸੇ ਜਿਹੜੀ ਹੈ ਉਹ ਮਾਰ ਧਾੜ ਮਚੀ ਹੋਈ ਹੈ, ਲੋਕਾਂ ਦੇ ਜਿਹੜੇ ਖੂਨ ਹੈ ਉਹ ਸਫੇਦ ਹੋ ਗਏ ਨੇ, ਸਾਰੇ ਪਾਸੇ ਮਾਰ ਧਾੜ, ਕਤਲੇਆਮ, ਇੱਕ ਦੂਜੇ ਨੂੰ ਮਾਰਨ ਧਾੜਨ ਦੀਆਂ ਵਾਰਦਾਤਾਂ ਜਿਹੜੀਆਂ ਆ ਉਹ ਆਮ ਹੋ ਗਈਆਂ ਆ। ਇਸ ਕਰਕੇ ਉਹ ਕਹਿੰਦਾ ਆ ਕਿ ਮੈਂ ਤਾਂ ਇਸ ਕਰਕੇ ਗੱਲ ਕੀਤੀ ਸੀ ਵੀ ਜਿਹੜਾ ਹੈ ਇਹ ਮਾਰ ਧਾੜ ਕਾਰਨ ਜਿਹੜੇ ਆ ਲੋਕ ਬਚਦੇ ਰਹਿਣ, ਜੀ ਬਚਦੇ ਰਹਿਣ, ਕਿਉਂਕਿ ਹਰ ਪਾਸੇ ਜਿਹੜੀਆਂ ਆ ਉਹ ਕੀ ਹੋ ਰਹੀਆਂ ਆ, ਅੱਗਾਂ ਲੱਗ ਰਹੀਆਂ ਨੇ, ਹਰ ਜਿਹੜਾ ਬੰਦਾ ਆ ਉਹ ਦੂਸਰੇ ਦੇ ਖੂਨ ਦਾ ਪਿਆਸਾ ਬਣਿਆ ਫਿਰਦਾ ਆ। ਦੂਜਾ, ਓਏ ਇਹ ਕੀ ਤੂੰ ਆਉਂਦੀ ਆਈ ਅੱਗਾਂ ਦੀ ਮੁਹਾਰ ਨਹੀਂ ਤੋਰ ਲਈਏ ਪਤੰਦਰਾ। ਅੱਗੇ ਅਖਬਾਰ, ਟੈਲੀਵਿਜ਼ਨ ਤੇ ਹੋਰ ਲੋਕੀ ਥੋੜ੍ਹੇ ਨੇ ਇਹਨਾਂ ਗੱਲਾਂ ਦੇ ਬਸਤਾਰ ਹੁੰਦਾ ਜਾਣਕਾਰੀ, ਕਿ ਅੱਜ ਕੱਲ੍ਹ ਜਦੋਂ ਅਸੀਂ ਟੈਲੀਵਿਜ਼ਨ ਦੇ ਉੱਪਰ ਜਿਹੜੀਆਂ ਆ ਖਬਰਾਂ ਲਾਉਂਦੇ ਆ, ਅਖਬਾਰ ਪੜ੍ਹਦੇ ਆ, ਤਾਂ ਉਹਨਾਂ ਦੇ ਵਿੱਚ ਵੀ ਤਾਂ ਇਹੋ ਜਿਹੀਆਂ ਗੱਲਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਤੇ ਅੱਗ ਲੱਗ ਗਈ, ਕਿਤੇ ਲੜਾਈ ਝਗੜਾ ਹੋ ਗਿਆ, ਕਿਸੇ ਨੇ ਕਿਸੇ ਨੂੰ ਵੱਢ ਛੱਡਿਆ। ਅੱਗੇ ਇਹ ਚੀਜ਼ਾਂ ਦੇ ਵਿੱਚ ਵੀ ਤਾਂ ਇਹੋ ਜਿਹੀ ਜਾਣਕਾਰੀ ਹੋਈ ਦਿੱਤੀ ਜਾਂਦੀ ਹੈ ਨਾ। ਤੂੰ ਕੋਈ ਚੱਜ ਦੀ ਗੱਲ ਕਰ, ਕੋਈ ਵਧੀਆ ਜਿਹੀ ਗੱਲ ਕਰ। ਇਹ ਅੱਗੇ ਆਪਣੇ ਬਜ਼ੁਰਗਾਂ ਨੂੰ ਦਾਤ ਹੁੰਦੀ ਬਖਸ਼ਿਸ਼ ਪਰਮਾਤਮਾ ਵੱਲੋਂ ਮਿਲੀਏ, ਲੁਕਾਈ ਨੂੰ ਕੋਈ ਠੰਡਾਰ ਮਤਲਬ ਚੰਗੀ ਗੱਲ ਸੁਣਾਓ, ਦੋ ਪਲ ਹਸਾਓ ਤੇ ਰੌਣਕਾਂ ਲਾਓ। ਕਹਿੰਦੇ ਕਿ ਇਹ ਜਿਹੜੀਆਂ ਗੱਲਾਂ ਦੀ ਜਾਣਕਾਰੀ ਹੈ ਨਾ, ਇਹ ਦੇਣ ਲਈ ਰੇਡੀਓ, ਟੈਲੀਵਿਜ਼ਨ, ਅਖਬਾਰਾਂ ਬਥੇਰਾ ਕੁਛ ਹੈ, ਕਿਉਂਕਿ ਉਹਨਾਂ ਨੂੰ ਤਾਂ ਜਿਹੜੀ ਹੈ ਆਪਣੇ ਬਜ਼ੁਰਗਾਂ ਤੋਂ ਇਹੀ ਬਖਸ਼ਿਸ਼ ਮਿਲੀ ਹੈ ਕਿ ਉਹਨਾਂ ਨੇ ਲੋਕਾਂ ਨੂੰ ਕੋਈ ਚੰਗੀ ਗੱਲ ਸੁਣਾਉਣੀ ਹੈ, ਉਹਨਾਂ ਨੂੰ ਦੋ ਪਲ ਹਸਾਉਣਾ ਆ ਤੇ ਰੌਣਕਾਂ ਲਾਉਣੀਆਂ ਆ। ਤੇ ਪਹਿਲਾ ਮਰਾਸੀ ਕੀ ਕਹਿੰਦਾ, ਤੇ ਦਮੜੇ ਝਟਕਾਓ, ਤੇ ਫਿਰ ਉਹਨਾਂ ਨੂੰ ਖੁਸ਼ ਕਰਕੇ ਉਹਨਾਂ ਤੋਂ ਕੀ ਲਓ, ਪੈਸੇ ਪ੍ਰਾਪਤ ਕਰੋ। ਦੂਜਾ, ਚਮੋਟਾ ਮਾਰ ਕੇ ਉਹ ਤੁਰ ਫਿੱਟੇ ਮੂੰਹ ਤੇਰਾ ਰਿਹਾ ਨਾ, ਉਹੀ ਢੱਕਣ ਦਾ ਢੱਕਣ ਮਤਲਬ ਮੂਰਖ ਦਾ ਮੂਰਖ, ਉਹ ਮਤਲਬ ਹੈ। ਪਹਿਲਾ, ਮੈਂ ਸਮਝ ਗਿਆ ਤੂੰ ਮੈਨੂੰ ਪੜ੍ਹਿਆ ਲਿਖਿਆ ਸਮਝ ਲਿਆ ਬਈ, ਬਾਰ ਸਮਝਾਣ ਡਿਆ, ਮੈਂ ਸਿੱਧਾ ਸਾਦਾ ਅਨਪੜ੍ਹ ਬੰਦਾ ਤੇ ਪਹਿਲੀ ਝੱਟੇ ਹੀ ਗੱਲ ਸਮਝ ਜਾਣਾ ਹੈ। ਸੋ ਜਿਹੜਾ ਜਦੋਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਨਾ, ਤਾਂ ਉਹ ਕੀ ਕਹਿੰਦਾ ਆ ਕਿ ਮੈਂ ਸਮਝ ਗਿਆ ਤੇਰੀ ਗੱਲ, ਕਿ ਤੂੰ ਮੈਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਬਈ, ਅਸੀਂ ਲੋਕਾਂ ਨੂੰ ਕੋਈ ਚੰਗੀ ਗੱਲ ਹੀ ਸੁਣਾਉਣੀ ਹੈ, ਠੰਡਾਰ ਦੀ ਗੱਲ ਹੀ ਸੁਣਾਉਣੀ ਹੈ, ਉਹਨਾਂ ਨੂੰ ਖੁਸ਼ ਕਰਨਾ ਆ ਤੇ ਉਹਨਾਂ ਨੂੰ ਖੁਸ਼ ਕਰਕੇ ਜਿਹੜਾ ਹੈ ਉਹਨਾਂ ਕੋਲੋਂ ਪੈਸੇ ਲੈਣੇ ਆ। ਦੂਜਾ, ਹਲਾ ਤੇ ਲੈ ਫਿਰ ਹੋ ਜਾ ਤਿਆਰ, ਮੇਰੇ ਚਿੜੀ ਮਾਰ ਐ ਲੈ
ਲੰਗੋਟਾ ਕੱਸ ਕੇ, ਲੰਗੋਟਾ ਮਤਲਬ ਕਮਰ ਕੱਸ ਕੇ ਤਿਆਰੀ ਕਰਕੇ ਬਈ ਉਹ ਧੋਤੀ ਟੰਗਦਾ ਹੈ ਜਿਵੇਂ ਘੋਲ ਲਈ ਤਿਆਰ ਹੋ ਰਿਹਾ ਹੋਵੇ। ਪਹਿਲਾ, ਹਾਂ ਬਈ ਮੱਖਣਾ ਲੈ ਫਿਰ ਕਰੀ ਬਿਸਮਿਲ੍ਲਾ। ਬਿਸਮਿਲ੍ਲਾ ਹੁੰਦਾ ਬੇਟਾ ਸ਼ੁਰੂ ਕਰਨਾ, ਰੱਬ ਦਾ ਨਾਮ ਲੈ ਕੇ ਕਿਸੇ ਵੀ ਚੀਜ਼ ਨੂੰ ਸ਼ੁਰੂ ਕਰਨਾ। ਦੂਜਾ, ਯਾ ਅੱਲਾ। ਸੋ ਦੋਨੋਂ ਜਾਣੇ ਜਿਹੜੇ ਆ ਉਹ ਕਿਹਦਾ ਨਾਮ ਲੈਂਦੇ ਆ? ਰੱਬ ਦਾ ਨਾਮ ਲੈਂਦੇ ਆ। ਔਰ ਰੱਬ ਦਾ ਨਾਮ ਲੈ ਕੇ ਜਿਹੜਾ ਹੈ ਉਹ ਆਪਣਾ ਸਟੇਜ ਦੇ ਉੱਪਰ ਆਪਣੀ ਜਿਹੜੀ ਹੈ ਕਲਾਕਾਰੀ ਨੂੰ ਪੇਸ਼ ਕਰਨਾ ਸ਼ੁਰੂ ਕਰਦੇ ਆ। ਪਹਿਲਾ ਕੀ ਕਹਿੰਦਾ? ਲੈ ਬਈ ਮੱਖਣਾ ਅਸੀਂ ਗਏ ਬਾਜ਼ਾਰ। ਦੂਜਾ, ਅਸੀਂ ਗਏ ਬਾਜ਼ਾਰ, ਉੱਥੇ ਹੋ ਗਈਆਂ ਅੱਖਾਂ ਚਾਰ, ਹੋ ਗਈਆਂ ਅੱਖਾਂ ਚਾਰ। ਪਹਿਲਾ, ਇੱਕ ਅਨਾਰ ਤੇ 100 ਬਿਮਾਰ। ਇੱਕ ਅਨਾਰ 100 ਬਿਮਾਰ ਮਤਲਬ ਜਦੋਂ ਚੀਜ਼ ਜਿਹੜੀ ਆ ਥੋੜੀ ਹੋਵੇ ਪਰ ਉਹਨੂੰ ਲੈਣ ਵਾਲੇ ਜ਼ਿਆਦਾ ਹੋਣ। ਦੂਜਾ, ਇੱਕ ਅਨਾਰ ਤੇ 100 ਬਿਮਾਰ। ਪਹਿਲਾ, ਸਾਡਾ ਲੁੱਟਿਆ ਗਿਆ ਘਰ-ਬਾਰ, ਸਾਡਾ ਲੁੱਟਿਆ ਗਿਆ ਘਰ-ਬਾਰ। ਪਹਿਲਾ, ਅੱਗੋਂ ਰਾਂਝਾ ਕਹਿੰਦਾ, ਦੂਜਾ ਅੱਗੋਂ ਰਾਂਝਾ ਕਹਿੰਦਾ। ਸੋ ਬੇਟੇ ਇਹ 17 ਜਿਹੜੀਆਂ ਆ ਇਹ ਦੋਨੋਂ ਭੰਡ ਮਰਾਸੀਆਂ ਦੁਆਰਾ ਆਖੀਆਂ ਗਈਆਂ ਆ, ਜਿਹਦੇ ਵਿੱਚ ਉਹਨਾਂ ਨੇ ਤੁਹਾਨੂੰ ਹੀਰ ਤੇ ਰਾਂਝੇ ਦੀ ਸਟੋਰੀ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਇਹਨਾਂ ਹੀਰ ਤੇ ਰਾਂਝੇ ਦਾ ਜਿਹੜਾ ਮਿਲਾਪ ਹੈ ਉਹ ਕਿੱਥੇ ਹੋਇਆ ਸੀ, ਕਿੱਦਾਂ ਦੋਨਾਂ ਦੀਆਂ ਅੱਖਾਂ ਚਾਰ ਹੋਈਆਂ, ਦੋਨਾਂ ਦਾ ਪਿਆਰ ਪਿਆ। ਹੀਰ ਜਿਹੜੀ ਸੀ ਉਹ ਹੱਦੋਂ ਵੱਧ ਸੋਹਣੀ ਸੀ, ਰੱਜ ਕੇ ਸੋਹਣੀ ਸੀ। ਸੋ ਇਹ 'ਚ ਉਹਨਾਂ ਨੇ ਕਿਹਾ ਕਿ ਲੈ ਬਈ ਮੱਖਣਾ ਅਸੀਂ ਗਏ ਬਾਜ਼ਾਰ, ਅਸੀਂ ਗਏ ਬਾਜ਼ਾਰ। ਸੋ ਦੋਨਾਂ ਦਾ ਮਿਲਾਪ ਜਿਹੜਾ ਸੀ ਹੀਰ ਤੇ ਰਾਂਝੇ ਦਾ ਕਿੱਥੇ ਹੋਇਆ? ਬਾਜ਼ਾਰ ਵਿੱਚ ਹੋਇਆ। ਦੋਨੋਂ ਬਾਜ਼ਾਰ ਵਿੱਚ ਗਏ ਤੇ ਉੱਥੋਂ ਹੀ ਦੋਨਾਂ ਦਾ ਜਿਹੜੀਆਂ ਸੀ ਅੱਖਾਂ ਚਾਰ ਹੋ ਗਈਆਂ, ਦੋਨੋਂ ਇੱਕ ਦੂਜੇ ਦੇ ਪਿਆਰ ਦੇ ਵਿੱਚ ਪੈ ਗਏ। ਔਰ ਹੀਰ ਤੇ ਰਾਂਝਾ ਜਿਹੜੇ ਆ ਦੋਨੋਂ ਹੀ ਰੱਜ ਕੇ ਸੋਹਣੇ ਸੀ, ਇਸ ਕਰਕੇ ਇੱਕ ਅਨਾਰ ਤੇ 100 ਬਿਮਾਰ। ਮਤਲਬ ਕੀ ਆ ਕਿ ਹੀਰ ਤਾਂ ਇੱਕੋ ਹੀ ਸੀ ਪਰ ਉਹਨੂੰ ਪ੍ਰਾਪਤ ਹਰ ਕੋਈ ਕਰਨਾ ਚਾਹੁੰਦਾ ਸੀ, ਰੱਜ ਕੇ ਉਹ ਜਿਹੜੀ ਹੈ ਉਹ ਸੋਹਣੀ ਹੂਰ ਸੀ। ਪਹਿਲਾ, ਸਾਡਾ ਲੁੱਟਿਆ ਗਿਆ ਘਰ-ਬਾਰ, ਸਾਡਾ ਲੁੱਟਿਆ ਗਿਆ ਘਰ-ਬਾਰ। ਰਾਂਝਾ ਕੀ ਕਹਿੰਦਾ ਆ ਕਿ ਉਹਦਾ ਤਾਂ ਸਾਰਾ ਕੁਝ ਹੀ ਲੁੱਟਿਆ ਗਿਆ, ਉਹ ਤਾਂ ਹੀਰ ਨੂੰ ਦੇਖ ਕੇ ਉੱਤੇ ਅਜਿਹਾ ਮੋਹਿਤ ਹੋਇਆ ਨਾ ਕਿ ਉਹਦਾ ਤਾਂ ਸਾਰਾ ਕੁਝ ਹੀ ਲੁੱਟਿਆ ਗਿਆ। ਅੱਗੋਂ ਰਾਂਝਾ ਕਹਿੰਦਾ, ਅੱਗੋਂ ਰਾਂਝਾ ਕਹਿੰਦਾ। ਸੋ ਹੋਇਆ ਕੀ ਸੀ, ਜਦੋਂ ਨਾ ਰਾਂਝਾ ਹੀਰ ਦੇ ਪਿਆਰ ਦੇ ਵਿੱਚ ਪਿਆ ਸੀ ਤਾਂ ਉਸ ਸਮੇਂ ਜਿਹੜਾ ਹੈ ਉਹਦੀਆਂ ਭਰਜਾਈਆਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਕਿ ਜਿਹੜਾ ਆ ਉਹ ਵੇਲੀਆਂ ਪੱਕੀਆਂ ਹੋਈਆਂ ਖਾਵੇ, ਕਿਉਂਕਿ ਰਾਜੇ ਜਦੋਂ ਰਾਂਝਾ ਹੀਰ ਦੇ ਪਿਆਰ ਵਿੱਚ ਪਿਆ ਨਾ ਤਾਂ ਉਹ ਕੋਈ ਕੰਮ ਧੰਦਾ ਨਹੀਂ ਸੀ ਕਰਦਾ। ਉਹਦੇ ਭਰਾ ਜਿਹੜੇ ਆ ਉਹ ਖੇਤੀਬਾੜੀ ਦਾ ਕੰਮ ਕਰਦੇ ਸੀ, ਇਸ ਕਰਕੇ ਰਾਂਝੇ ਦੀਆਂ ਜਿਹੜੀਆਂ ਭਰਜਾਈਆਂ ਸੀ ਉਹ ਚਾਹੁੰਦੀਆਂ ਸੀ ਕਿ ਰਾਂਝਾ ਵੀ ਕੰਮਕਾਰ ਕਰੇ, ਪਰ ਉਹਦਾ ਤਾਂ ਧਿਆਨ ਕੰਮਕਾਜ ਵਿੱਚ ਹੈ ਹੀ ਨਹੀਂ ਸੀ। ਸੋ ਉਹਨੇ ਜਿਹੜਾ ਹੈ ਰਾਂਝੇ ਨੇ ਦੁਖੀ ਹੋ ਕੇ ਆਪਣਾ ਘਰ-ਬਾਰ ਤਿਆਗ ਦਿੱਤਾ ਸੀ, ਘਰ ਛੱਡ ਦਿੱਤਾ ਸੀ ਤੇ ਫਿਰ ਉਹਨੇ ਜਿਹੜਾ ਆ ਹੀਰ ਦੇ ਵਾੜੇ ਦੇ ਵਿੱਚ ਮੱਝੀਆਂ ਚਰਾਉਣ ਦਾ ਕੰਮ ਕੀਤਾ ਸੀ। ਪਰ ਹੁੰਦਾ ਕੀ ਸੀ ਕਿ ਰੋਜ਼ ਉਹ ਮੱਝਾਂ ਨੂੰ ਚਰਾਉਣ ਦੇ ਲਈ ਲੈ ਕੇ ਜਾਂਦਾ ਸੀ, ਮੱਝਾਂ ਨੂੰ ਖੁੱਲ੍ਹੇ 'ਚ ਛੱਡ ਦਿੰਦਾ ਸੀ ਤੇ ਆਪ ਜਿਹੜਾ ਆ ਹੀਰ ਦੇ ਨਾਲ ਲੰਬਾ ਸਮਾਂ ਜਿਹੜਾ ਹੈ ਗੁਜ਼ਾਰਦਾ ਸੀ। ਸੋ ਉੱਥੇ ਵੀ ਜਿਹੜੀ ਹੈ ਉਹਦੀ ਸ਼ਿਕਾਇਤ ਹੋ ਗਈ ਸੀ ਕਿ ਜਿਹੜਾ ਰਾਂਝਾ ਆ ਉਹ ਮੱਝੀਆਂ ਚਰਾਉਣ ਦੇ ਬਹਾਨੇ ਹੀਰ ਨੂੰ ਮਿਲਦਾ ਆ। ਸੋ ਉੱਥੋਂ ਵੀ ਜਿਹੜਾ ਹੈ ਉਹਨੂੰ ਜਦੋਂ ਕੱਢਿਆ ਗਿਆ ਤਾਂ ਉਹ ਸਿੱਧਾ ਜਿਹੜਾ ਹੈ ਕਿੱਥੇ ਗਿਆ ਸੀ? ਬਾਲਨਾਥ। ਬਾਲਨਾਥ ਜਿਹੜਾ ਹੈ ਨਾ ਜੋਗੀ ਸੀ, ਲੋਕਾਂ ਨੂੰ ਜੋਗੀ ਬਣਾਉਂਦਾ ਸੀ, ਸੰਨਿਆਸੀ ਬਣਾਉਂਦਾ ਸੀ। ਉਹ ਜਦੋਂ ਉੱਥੇ ਗਿਆ ਤਾਂ ਪਹਿਲਾਂ ਉਹਨੇ ਕੀ ਕਿਹਾ ਸੀ ਰਾਂਝੇ ਨੇ ਕਿ ਉਹ ਜੋਗੀ ਬਣਨਾ ਚਾਹੁੰਦਾ ਆ, ਸੰਨਿਆਸੀ ਬਣਨਾ ਚਾਹੁੰਦਾ ਆ, ਉਹ ਸਭ ਕੁਝ ਤਿਆਗ ਦੇਣਾ ਚਾਹੁੰਦਾ ਆ। ਤੇ ਜਦੋਂ ਉਹਨੇ ਕੰਨ ਦੇ ਵਿੱਚ ਮੁੰਦਰਾਂ ਪਾ ਲਈਆਂ, ਸੰਨਿਆਸੀ ਬਣ ਗਿਆ ਤੇ ਪਿੰਡ-ਪਿੰਡ ਜਾ ਕੇ ਜਿਹੜਾ ਹੈ ਨਾ ਉਹ ਹੌਕਾ ਦਿੰਦਾ ਫਿਰਦਾ ਸੀ, ਕਿਉਂਕਿ ਤੁਹਾਨੂੰ ਪਤਾ ਆ ਕਿ ਸੰਨਿਆਸੀਆਂ ਦੀ ਜਿਹੜੀ ਜ਼ਿੰਦਗੀ ਆ ਉਹ ਮੰਗ ਖਾਣੀ ਹੁੰਦੀ ਆ, ਭੀਖ ਮੰਗ ਕੇ ਗੁਜ਼ਾਰਾ ਕਰਦੇ ਆ। ਤਾਂ ਉੱਥੇ ਜਿਹੜਾ ਆ ਉਹਦਾ ਫਿਰ ਮਿਲਾਪ ਕਿਹਦੇ ਨਾਲ ਹੋਇਆ ਸੀ? ਹੀਰ ਦੇ ਨਾਲ ਹੋਇਆ ਸੀ। ਜਦੋਂ ਹੀਰ ਦੀ ਨਨਾਣ ਨੇ ਉਹਨੂੰ ਦੇਖਿਆ ਨਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਬੜਾ ਹੀ ਸੋਹਣਾ ਜੋਗੀ ਆਇਆ ਤੇ ਹੀਰ ਨੇ ਉਹਨੂੰ ਦੇਖਿਆ ਤਾਂ ਰਾਂਝੇ ਨੇ ਤਾਂ ਉਹਨੂੰ ਪਹਿਚਾਨ ਲਿਆ ਸੀ। ਤਾਂ ਉਸ ਸਮੇਂ ਕੀ ਹੋਇਆ, ਤੇਰੇ ਟਿੱਲੇ ਤੇ ਮੈਂ ਨਹੀਂਓ ਮਾਰਦਾ ਧਾਰ ਬਈ ਓਏ। ਧਾਰ ਕਰਨਾ ਹੁੰਦਾ ਪਿਸ਼ਾਬ ਕਰਨਾ, ਠੀਕ ਹੈ, ਜਿਸ ਜਗ੍ਹਾ ਨੂੰ ਅਸੀਂ ਜਿਹੜਾ ਹੈ ਕਹਿੰਦੇ ਆ ਕਿ ਕੋਈ ਜਲਦੀ ਸਿਰੇ ਮੱਥੇ ਮੰਨਦਾ ਨਹੀਂ ਆ, ਅਸੈਪਟ ਨਹੀਂ ਕਰਦਾ ਹੈ। ਤਾਂ ਉਸ ਸਮੇਂ ਕੀ ਹੋਇਆ ਸੀ ਕਿ ਜਦੋਂ ਜਿਹੜਾ ਬਾਲਨਾਥ ਸੀ ਉਹਨੇ ਕੁਝ ਸ਼ਰਤਾਂ ਰੱਖੀਆਂ ਸੀ। ਉਹਨੇ ਕੀ ਕਿਹਾ ਸੀ ਕਿ ਜੇਕਰ ਤੂੰ ਸੰਨਿਆਸੀ ਬਣਨਾ ਹੈ ਨਾ ਤਾਂ ਤੂੰ ਦੁਨਿਆਵੀ ਚੀਜ਼ਾਂ ਤੋਂ ਦੂਰ ਰਹਿਣਾ ਹੈ, ਇਸਤਰੀ ਪਰਾਈ ਇਸਤਰੀ ਵੱਲ ਵੇਖਣਾ ਵੀ ਨਹੀਂ ਹੈ, ਸੰਸਾਰਿਕ ਚੀਜ਼ਾਂ ਦਾ ਤਿਆਗ ਕਰਨਾ ਹੈ। ਪਰ ਜਦੋਂ ਉਹ ਦੁਬਾਰਾ ਹੀਰ ਨੂੰ ਮਿਲਿਆ ਤਾਂ ਹੀਰ ਤੋਂ ਜੁਦਾਈ ਤਾਂ ਉਹਦੇ ਕੋਲੋਂ ਸਹਿਣ ਹੀ ਨਹੀਂ ਸੀ ਹੋ ਰਹੀ। ਇਸ ਕਰਕੇ ਉਹਨੇ ਕੀ ਕੀਤਾ ਸੀ, ਉਹਨੇ ਬਾਲਨਾਥ ਦਾ ਜਿਹੜਾ ਟਿੱਲਾ ਸੀ ਉਹਦੇ ਉੱਪਰ ਉਹਦੀਆਂ ਮੁਦਰਾ ਜਿਹੜੀਆਂ ਸੀ ਕੰਨ 'ਚ ਪਾਈਆਂ ਹੋਈਆਂ ਵਗਾ ਕੇ ਮਾਰੀਆਂ ਸੀ ਔਰ ਉਹਨੂੰ ਕੀ ਕਿਹਾ
ਸੀ ਕਿ ਮੈਂ ਤਾਂ ਇੱਥੇ ਜਿਹੜਾ ਹੈ ਉਹ ਪਿਸ਼ਾਬ ਵੀ ਨਹੀਂ ਕਰਦਾ ਉਸ ਜਗ੍ਹਾ ਤੇ ਜਿਹੜੀ ਜਗ੍ਹਾ ਮੈਨੂੰ ਮੇਰੇ ਪਿਆਰ ਤੋਂ ਦੂਰ ਲਿਜਾਵੇ। ਇਸ ਕਰਕੇ ਜਿਹੜਾ ਹੈ ਨਾ ਉਹਨੇ ਫਿਰ ਉੱਥੇ ਮੁਦਰਾ ਲਾ ਦਿੱਤੀਆਂ, ਸੰਨਿਆਸ ਤਿਆਗ ਦਿੱਤਾ ਸੀ ਤੇ ਵਾਪਸ ਜਿਹੜਾ ਆ ਆਪਣੀ ਹੀਰ ਦੇ ਕੋਲ ਚਲਾ ਗਿਆ ਸੀ। ਪਰ ਹੋਣੀ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਜਦੋਂ ਹੀਰ ਵੀ ਆਪਣਾ ਸਹੁਰਾ ਘਰ ਛੱਡ ਕੇ ਵਾਪਸ ਆਪਣੇ ਪੇਕਿਆਂ ਦੇ ਗਈ, ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਬੇਸ਼ੱਕ ਹੀਰ ਦੇ ਘਰਦਿਆਂ ਨੇ ਤਾਂ ਮੰਨ ਲਿਆ ਸੀ ਕਿ ਉਹ ਦੋਨਾਂ ਦਾ ਵਿਆਹ ਕਰ ਦੇਣਗੇ, ਪਰ ਜਿਹੜਾ ਹੀਰ ਦਾ ਚਾਚਾ ਸੀ ਕੈਦੋ, ਉਹਨੂੰ ਇਹ ਚੀਜ਼ ਮਨਜ਼ੂਰ ਨਹੀਂ ਸੀ। ਇਸ ਕਰਕੇ ਉਹਨੇ ਕੀ ਕੀਤਾ, ਜਿਹੜਾ ਸ਼ਗਨਾਂ ਦਾ ਲੱਡੂ ਸੀ ਉਹਦੇ ਵਿੱਚ ਜ਼ਹਿਰ ਮਿਲਾ ਦਿੱਤੀ ਸੀ, ਜਿਹਨੂੰ ਖਾ ਕੇ ਪਹਿਲਾਂ ਹੀਰ ਮਰ ਗਈ ਜਦੋਂ ਉਹਦੇ ਮੂੰਹ ਨੂੰ ਸ਼ਗਨਾਂ ਦਾ ਲੱਡੂ ਲਾਇਆ ਗਿਆ, ਤੇ ਬਾਅਦ 'ਚ ਰਾਂਝੇ ਨੇ ਵੀ ਉਹੀ ਲੱਡੂ ਖਾ ਲਿਆ ਸੀ ਤੇ ਦੋਨੋਂ ਇੱਕ ਦੂਜੇ ਦੇ ਪਿਆਰ ਦੇ ਲਈ ਕੁਰਬਾਨ ਹੋ ਗਏ ਸੀ। ਸੋ ਇਹ ਜਿਹੜੀ ਕਹਿ ਲਓ ਕਿ ਗੱਲਬਾਤ ਹੈ, ਭੰਡ ਮਰਾਸੀਆਂ ਨੇ ਇੱਕ ਸਿੰਪਲ ਸਧਾਰਨ ਲਹਿਜ਼ੇ ਦੇ ਵਿੱਚ ਜਿਹੜੀ ਹੈ ਹੀਰ ਤੇ ਰਾਂਝੇ ਦੀ ਸਾਨੂੰ ਪ੍ਰੀਤ ਕਹਾਣੀ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ। ਦੂਜਾ, ਚਮੋਟਾ ਮਾਰ ਕੇ ਦੁਰ ਫਿਟੇ ਮੂੰਹ ਤੇਰਾ ਇਹੋ ਬਾਤ ਸੁਣਾਈ, ਨਾ ਸਿਰ ਨਾ ਪੈਰ ਨਾ ਮੂੰਹ ਨਾ ਮੱਥਾ, ਜਿਨ ਪਹਾੜੋਂ ਲੱਥਾ ਉਹ ਬੇਇੱਜ਼ਤੀ ਕਰਵਾਉਣ ਡਿਆ ਸਾਡੇ ਖਾਨਦਾਨ ਦੀ। ਸੋ ਦੂਜਾ ਜਿਹੜਾ ਮਰਾਸੀ ਉਹਨੂੰ ਕੀ ਕਹਿਣ ਦੀ ਕੋਸ਼ਿਸ਼ ਕਰਦਾ ਆ ਕਿ ਜਿਹੜੀ ਉਹਨੇ ਗੱਲ ਸੁਣਾਈ ਹੈ ਨਾ, ਇਹ ਪ੍ਰੀਤ ਕਹਾਣੀ ਸੁਣਾਈ ਹੈ, ਉਹਦਾ ਤਾਂ ਕੋਈ ਸਿਰ ਪੈਰ ਹੀ ਹੈ ਨਹੀਂ, ਕੋਈ ਮੂੰਹ ਮੱਥਾ ਹੀ ਹੈ ਨਹੀਂ, ਸਮਝ ਹੀ ਨਹੀਂ ਆਉਂਦੀ। ਇਸ ਤਰ੍ਹਾਂ ਜਿਹੜੀ ਆ ਉਹ ਤਾਂ ਉਹਦੀ ਬੇਇੱਜ਼ਤੀ ਕਰਵਾਉਣ ਡਿਆ ਸਟੇਜ ਦੇ ਉੱਪਰ। ਪਹਿਲਾ ਪਰਨਾ ਸਵਾਰਦਾ ਹੋਇਆ ਉਹ ਤੈਨੂੰ ਅਕਲ ਨਾ ਆਈ, ਮੈਂ ਨਵੀਂ ਗੱਲ ਸੁਣਾਈ, ਜਿਹਨੂੰ ਪਸੰਦ ਕਰੇ ਸਾਰੀ ਲੋਕਾਈ। ਲੋਕਾਈ ਹੁੰਦੀ ਦੁਨੀਆ। ਸੋ ਜਿਹੜਾ ਪਹਿਲਾ ਮਰਾਸੀ ਹੈ ਉਹ ਕੀ ਸਮਝਾਉਣ ਦੀ ਕੋਸ਼ਿਸ਼ ਕਰਦਾ ਆ, ਕਹਿੰਦਾ ਕਿ ਅੱਜ ਕੱਲ੍ਹ ਦੀ ਜਿਹੜੀ ਦੁਨੀਆ ਹੈ ਨਾ ਉਹ ਇਹੋ ਜਿਹੀਆਂ ਹੀ ਚੀਜ਼ਾਂ ਨੂੰ ਪਸੰਦ ਕਰਦੀ ਹੈ, ਇਸੇ ਚੀਜ਼ਾਂ ਦਾ ਰਿਵਾਜ ਹੈ। ਅੱਜ ਕੱਲ੍ਹ ਲੋਕੀ ਇਹੋ ਜਿਹੀਆਂ ਪ੍ਰੀਤ ਕਹਾਣੀਆਂ ਨੂੰ ਸੁਣਨਾ ਹੀ ਪਸੰਦ ਕਰਦੇ ਆ। ਦੂਜਾ, ਦੁਰ ਫਿਟੇ ਮੂੰਹ ਤੇਰਾ, ਤੇਰਾ ਮਤਲਬ ਹੀ ਆ ਬਈ ਹੁਣ ਆ ਸਿਆਣੇ ਬਿਆਣੇ ਨਿੱਕੇ ਨਿਆਣੇ, ਸਰਦਾਰ ਬਹਾਦਰ, ਥਾਣੇਦਾਰ ਸਾਹਿਬ, ਆ ਹੋਮਗਾਰਡ ਸਾਹਿਬ, ਇਹ CRP ਭਾਈ ਸਾਹਿਬ, ਤੇਰਾ ਮਤਲਬ ਆ ਬਈ ਤੇਰੀਆਂ ਆ ਜਬਲੀਆਂ, ਜਬਲੀਆਂ ਮਤਲਬ ਊਟ ਪਟਾਂਗ ਪਸੰਦ ਕਰਨ ਤੱਕ ਆ ਗਏ ਬਈ। ਇੰਨਾ ਠਾਂ ਡਿੱਗ ਪਏ, ਠਾਂ ਮਤਲਬ ਹੇਠਾਂ ਡਿੱਗ ਪਏ ਕਿ ਇੰਨੀ ਪਬਲਿਕ ਆ, ਵੱਡੇ ਵੱਡੀਆਂ ਹਸਤੀਆਂ ਆਈਆਂ ਹੋਈਆਂ, ਉਹ ਤੇਰੀਆਂ ਇਹੋ ਜਿਹੀਆਂ ਊਲ ਜਲੂਲ ਗੱਲਾਂ ਸੁਣਨ ਲਈ ਥੋੜ੍ਹੇ ਨਾ ਆਏ ਆ। ਪਹਿਲਾ, ਓਏ ਤੈਨੂੰ ਨਹੀਂ ਪਤਾ ਆ ਟੈਲੀਵਿਜ਼ਨ 'ਚ ਨਿੱਤ ਆਹੀ ਕੁਝ ਆਉਂਦਾ, ਨਾ ਸਿਰ ਨਾ ਪੈਰ ਨਾ ਖੋਤਾ ਨਾ ਘੋੜਾ, ਨਿਰਾ ਟਾਇਰ। ਨਿਰਾ ਟਾਇਰ ਮਤਲਬ ਜਿਹਦਾ ਕੋਈ ਮਤਲਬ ਹੀ ਨਹੀਂ ਹੈ। ਸੋ ਪਹਿਲਾਂ ਮਰਾਸੀ ਉਹਨੂੰ ਸਮਝਾਉਣ ਦੀ ਕੀ ਕੋਸ਼ਿਸ਼ ਕਰਦਾ ਕਿ ਅੱਜ ਕੱਲ੍ਹ ਟੈਲੀਵਿਜ਼ਨ ਦੇ ਵਿੱਚ ਵੀ ਤਾਂ ਇਹੋ ਜਿਹੀਆਂ ਚੀਜ਼ਾਂ ਦਿਖਾਈਆਂ ਜਾਂਦੀਆਂ ਜਿਨ੍ਹਾਂ ਦਾ ਕੋਈ ਸਿਰ ਪੱਥਾ ਹੀ ਨਹੀਂ ਹੁੰਦਾ, ਕੋਈ ਮਤਲਬ ਹੀ ਨਹੀਂ ਹੁੰਦਾ, ਤਾਂ ਵੀ ਦੁਨੀਆ ਨੂੰ ਵੇਖਦੀ ਆ। ਦੂਜਾ, ਚਮੋਟਾ ਮਾਰ ਕੇ ਦੁਰ ਫਿਟੇ ਮੂੰਹ ਤੇਰਾ, ਉਹ ਮੂਰਖਾ, ਉਹਨਾਂ ਕਿਹੜਾ ਲੋਕਾਂ ਦੇ ਵਿੱਚ ਆ ਕੇ ਗੱਲ ਕਰਨੀ ਹੋਈ, ਡੱਬੇ ਜੇ 'ਚ ਆਉਣਾ ਤੇ ਦੌੜ ਜਾਣਾ, ਦੇਖਣ ਵਾਲੇ ਨੂੰ ਜੇ ਗੁੱਸਾ ਵੀ ਆਉਣਾ ਤਾਂ ਅੰਨ ਜਿਹੜਾ ਹੈ ਅਗਲਿਆਂ ਜਰ ਜਾਣਾ। ਜਰ ਜਾਣਾ ਮਤਲਬ ਸਹਿਣ ਕਰ ਜਾਣਾ। ਸੋ ਉਹਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਕਿ ਜੇਕਰ TV ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਵੀ ਹੈ ਨਾ, ਤਾਂ ਜੇਕਰ ਲੋਕਾਂ ਨੂੰ ਪਸੰਦ ਨਹੀਂ ਆਉਂਦੀਆਂ ਤਾਂ ਉਹ ਸਹਿਣ ਕਰ ਲੈਂਦੇ ਆ, ਕਿਉਂਕਿ ਜੇਕਰ ਉਹ ਗੁੱਸਾ ਉਹਨਾਂ ਨੂੰ ਆ ਵੀ ਜਾਵੇ ਨਾ ਤਾਂ ਗੁੱਸੇ ਦੇ ਵਿੱਚ ਆ ਕੇ ਉਹ ਆਪਣਾ ਹਜ਼ਾਰਾਂ ਦਾ TV ਤਾਂ ਨਹੀਂ ਨਾ ਖਰਾਬ ਕਰ ਸਕਦੇ, ਨਹੀਂ ਤੋੜ ਸਕਦੇ। ਇਸ ਕਰਕੇ ਉਸ ਚੀਜ਼ ਨੂੰ ਤਾਂ ਉਹ ਬਰਦਾਸ਼ਤ ਕਰ ਲੈਂਦੇ ਆ। ਪਹਿਲਾ, ਭਲਾ ਉਹ ਕਿਉਂ ਬਈ, ਨਾ ਜਰਨ ਖਾ ਵੱਡੇ ਸ਼ੇਰ ਖਾਂ। ਦੂਜਾ, ਫਿਟੇ ਮੂੰਹ ਤੇਰਾ ਮੂਰਖਾ, ਗੁੱਸਾ ਕਹਿ ਤੇ ਕਰਨ ਤੇਰਾ ਖਿਆਲ ਆ ਬਈ ਗੁੱਸਾ ਕਰਕੇ ਆਪਣਾ ਹਜ਼ਾਰਾਂ ਦਾ TV ਭੰਨ ਲੈ। ਪਹਿਲਾ ਹਲਾ। ਦੂਜਾ, ਤੇ ਹੋਰ ਕੀ ਉਹ ਇੱਧਰ ਆਪਾਂ ਇਹਨਾਂ ਦੇ ਵਿੱਚ ਖਲੋ ਕੇ ਗੱਲ ਕਰਨੀ ਹੋਈ, ਜੇ ਗੱਲ ਪਸੰਦ ਨਾ ਆਈ ਤਾਂ ਪੈ ਗਈ ਦੁਹਾਈ ਤੇ ਯਾਦ ਨਾਨੀ ਆਈ। ਸੋ ਕਹਿੰਦੇ ਕਿ ਆਪਾਂ ਜਿਹੜੇ ਆ ਉਹ ਦੇਸੀ ਕਲਾਕਾਰ ਆ, ਅਸੀਂ ਸਟੇਜ ਦੇ ਕਲਾਕਾਰ ਆ। ਜੇਕਰ ਸਾਡੀ ਗੱਲ ਦੁਨੀਆ ਨੂੰ ਪਸੰਦ ਨਾ ਆਵੇ ਤਾਂ ਫਿਰ ਦੁਹਾਈ ਮੱਚ ਜਾਂਦੀ ਹੈ, ਕਿਉਂਕਿ ਜਿਹੜੇ ਦੂਜੇ ਕਲਾਕਾਰ ਆ ਉਹਨਾਂ ਨੇ ਤਾਂ TV 'ਚ ਆਉਣਾ ਆ, ਆਪਣੀ ਕਲਾਕਾਰੀ ਦਿਖਾਣੀ ਹੈ, ਔਰ ਜੇਕਰ ਲੋਕਾਂ ਨੂੰ ਪਸੰਦ ਨਹੀਂ ਆਉਂਦੀ ਤਾਂ ਉਹ ਜਰ ਲੈਂਦੇ ਆ, ਹਜ਼ਾਰਾਂ ਦਾ TV ਤਾਂ ਤੋੜ ਨਹੀਂ ਸਕਦੇ। ਪਰ ਜੇ ਉਹਨਾਂ ਦੀ ਕਲਾਕਾਰੀ ਲੋਕਾਂ ਨੂੰ ਪਸੰਦ ਨਾ ਆਈ ਤਾਂ ਫਿਰ ਤਾਂ ਮੁਸੀਬਤ ਹੀ ਪੈ ਜਾਂਦੀ ਹੈ। ਪਹਿਲਾਂ ਉਹ ਬੱਲੇ ਬੱਲੇ ਬਈ ਮੱਖਣਾ, ਦਿਮਾਗ ਤਾਂ ਤੇਰਾ ਇਉਂ ਚੱਲਦਾ ਜਿਵੇਂ ਘਰਾਟ। ਘਰਾਟ ਕਹਿੰਦੇ ਹੁੰਦੇ ਬੇਟਾ ਚੱਕੀ ਨੂੰ, ਠੀਕ ਹੈ, ਆਟਾ ਚੱਕੀ ਨੂੰ ਕਹਿੰਦੇ। ਤਾਂ ਪਹਿਲਾਂ ਮਰਾਸੀ ਨੂੰ ਕੀ ਕਹਿੰਦਾ ਕਿ ਤੇਰਾ ਦਿਮਾਗ ਤਾਂ ਇੱਦਾਂ ਚੱਲਦਾ ਜਿਵੇਂ ਫਟਾਫਟ ਚੱਕੀ ਚੱਲਦੀ ਹੈ। ਦੂਜਾ, ਲੈ ਫਿਰ ਹੁਣ ਗੱਲ ਸੁਣ ਘਰਾਟਾਂ ਦੀ। ਘਰਾਟਾ ਕਹਿੰਦੇ ਬੇਟਾ ਰਿਕਾਰਡਰ, ਜਿਹੜਾ ਹੈ ਉਹ ਸਾਡੀਆਂ ਆਮ ਕਰਕੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਰਿਕਾਰਡ ਚੱਲਦੇ ਹੁੰਦੇ ਸੀ ਨਾ, ਉਹਨਾਂ ਦੀ ਜਾਣਕਾਰੀ ਦਿੱਤੀ ਗਈ ਆ। ਪਹਿਲਾ, ਮੱਖਾ ਨਿੱਤ ਵੱਜਦੇ, ਜਿਹੜੀ ਹੈ ਘਰਾਟ ਕਹਿੰਦੇ ਆ ਚੱਕੀ ਨੂੰ, ਤੇ ਜਿਹੜੇ ਰਿਕਾਰਡ ਹੈ ਉਹ ਕਹਿੰਦੇ ਆ ਜਿਹੜੇ ਸਾਡੇ ਪੁਰਾਣੇ ਸਮੇਂ 'ਚ ਲਾਊਡ ਸਪੀਕਰ ਜੇ ਲਾਉਂਦੇ ਹੁੰਦੇ ਸੀ ਨਾ ਛੱਤਾਂ ਦੇ, ਆਵਾਜ਼ ਉੱਚੀ ਕਰਨੀ ਤਾਂ ਕਿ ਸਾਰੇ ਪਾਸੇ ਸੁਣ ਜਾਵੇ। ਦੂਜਾ, ਰਕਾਟਾਂ ਦੀ। ਦੁੱਗ ਦੁੱਗ ਕਰਦੇ ਬੰਬੂ ਘਾਟਾਂ ਦੀ। ਬੰਬੂ ਘਾਟ ਹੁੰਦੇ ਮੋਟਰਸਾਈਕਲ, ਠੀਕ ਹੈ।
ਦੂਜਾ ਬੰਬੂ ਘਾਟਾਂ ਦੀ ਦੁਗ 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 ਦੁਗ। ਠੀਕ ਹੈ, ਸੋ ਇਹਦੇ ਵਿੱਚ ਜਿਹੜਾ ਕਿ ਉਹਨਾਂ ਨੇ ਜਿਹੜਾ ਹੈ ਕੰਪੈਰੀਜ਼ਨ ਕੀਤਾ ਆ ਕਿ ਜਿਹੜਾ ਉਹਦਾ ਦਿਮਾਗ ਹੈ ਇਸ ਤਰ੍ਹਾਂ ਚੱਲਦਾ ਜਿਵੇਂ ਚੱਕੀ ਚੱਲਦੀ ਹੋਵੇ, ਰਕਾਟ ਚੱਲਦੇ ਹੋਣ, ਜਾਂ ਦੁਗ ਦੁਗ ਕਰਕੇ ਮੋਟਰਸਾਈਕਲ ਚੱਲਦੇ ਹੋਣ। ਮੂੰਹ ਨਾਲ ਆਵਾਜ਼ਾਂ ਕੱਢਦਾ ਕੱਢਦਾ ਮੰਚ ਦੇ ਗੇੜੇ ਕੱਢਦਾ ਹੈ ਜਿਵੇਂ ਮੋਟਰਸਾਈਕਲ ਚਲਾ ਰਿਹਾ ਹੋਵੇ। ਦੂਜੇ ਨੂੰ ਇਸ਼ਾਰਾ ਕਰਦਾ ਹੈ ਕਿ ਉਹ ਉਸਦੇ ਪਿੱਛੇ ਇਉਂ ਚੱਲਣ ਲੱਗ ਪੈਂਦਾ ਹੈ ਜਿਵੇਂ ਮੋਟਰਸਾਈਕਲ ਤੇ ਬੈਠਾ ਹੋਵੇ। ਦੋਵੇਂ ਮੰਚ ਦੇ ਗੇੜੇ ਕੱਢਦੇ ਹਨ। ਅਚਾਨਕ ਮੰਚ ਦੇ ਖੱਬੇ ਪਾਸਿਓਂ ਦੋ ਬੰਦੇ ਆਉਂਦੇ ਹਨ। ਦੋਹਾਂ ਦੇ ਕੱਪੜੇ ਸ਼ਾਇਰੀਆਂ ਵਾਲੇ ਹਨ ਪਰ ਚਿਹਰੇ ਤੇ ਮੇਕਅਪ ਕੀਤਾ ਹੋਇਆ ਹੈ। ਸਪਸ਼ਟ ਲੱਗਦਾ ਹੈ ਕਿਸੇ ਡਰਾਮੇ ਦੇ ਕਲਾਕਾਰ ਹੋਣ ਅਤੇ ਪਾਤਰਾਂ ਦੇ ਕਾਸਟਿਊਮਸ ਨਹੀਂ ਪਾਏ, ਸਿੱਧਾ ਗ੍ਰੀਨ ਰੂਮ ਵਿੱਚੋਂ ਆਏ ਲੱਗਦੇ ਨੇ। ਸੋ ਜਦੋਂ ਦੋਨੋਂ ਮਰਾਸੀ ਜਿਹੜੇ ਆ ਸਟੇਜ ਦੇ ਉੱਪਰ ਹੁੰਦੇ ਨਾ ਤਾਂ ਉਦੋਂ ਅਚਾਨਕ ਕੀ ਹੁੰਦਾ ਬੇਟੇ, ਦੋ ਕਲਾਕਾਰ ਆਉਂਦੇ ਆ, ਸ਼ਾਇਰੀਆਂ ਵਾਲੇ ਆ, ਦੋਨਾਂ ਦੇ ਕੱਪੜੇ ਜਿਹੜੇ ਆ ਮੇਕਅਪ ਕੀਤਾ ਹੋਇਆ ਆ। ਠੀਕ ਹੈ, ਡਰਾਮੇ ਦੇ ਕਲਾਕਾਰ ਲੱਗਦੇ ਆ ਜਿਵੇਂ, ਪਰ ਹਜੇ ਉਹਨਾਂ ਨੇ ਜਿਹੜੇ ਨਾ ਆਪਣੇ ਅਕੋਰਡਿੰਗ ਟੂ ਡਰਾਮਾ ਕਾਸਟਿਊਮਸ ਨਹੀਂ ਪਾਏ ਹੈਗੇ। ਇੱਦਾਂ ਲੱਗਦਾ ਜਿਵੇਂ ਗ੍ਰੀਨ ਰੂਮ 'ਚੋਂ ਗ੍ਰੀਨ ਹੁੰਦਾ ਜਿੱਥੇ ਕਲਾਕਾਰਾਂ ਨੂੰ ਬੇਟੇ ਤਿਆਰ ਕੀਤਾ ਜਾਂਦਾ ਹੈ। ਦੋਵੇਂ ਆਉਣ ਸਾਰ, ਓਏ ਇਹ ਤੁਸੀਂ ਕੀ ਕਰਦੇ ਪਏ ਹੋ? ਦੋਵੇਂ ਮਰਾਸੀ ਇੱਕਦਮ ਰੁਕ ਕੇ, ਜੀ ਜੀ ਅਸੀਂ। ਪਹਿਲਾ ਕਲਾਕਾਰ, ਉਹ ਜੀ ਜੀ ਦੇ ਲੱਗਦੇ, ਓਏ ਹੋ ਕੌਣ ਤੁਸੀਂ? ਬਿਨਾਂ ਕਿਸੇ ਦੀ ਇਜਾਜ਼ਤ ਦੇ ਸਟੇਜ ਤੇ ਚੜ ਆਏ। ਪਹਿਲਾ ਮਰਾਸੀ, ਜੀ ਅਸੀਂ ਮੀਰਜ਼ਾਦੇ ਹੁੰਨੇ ਆ ਜੀ, ਅਸੀਂ ਵੀ ਕਿਸੇ ਦੇ ਸਾਹਿਬਜ਼ਾਦੇ ਹੁੰਨੇ ਆ। ਦੂਜਾ ਕਲਾਕਾਰ, ਅੱਛਾ। ਦੂਜਾ ਮਰਾਸੀ, ਉਹ ਜੀ ਇਹਦੀ ਗੱਲ ਦਾ ਗੁੱਸਾ ਨਾ ਕਰਿਓ, ਪਹਿਲੇ ਦੇ ਚਮੋਟਾ ਮਾਰ ਕੇ, ਪਰਾਂ ਹੋ ਜਰਾ ਸਾਹਿਬ ਬਹਾਦਰ ਨਾ ਮੈਨੂੰ ਗੱਲ ਕਰਨ ਦੇ। ਪਹਿਲਾ ਕਲਾਕਾਰ, ਹਾਂ ਹਾਂ ਦੱਸ ਤੂੰ। ਦੂਜਾ, ਉਹ ਜੀ ਅਸੀਂ ਤੁਰਦੇ ਫਿਰਦੇ ਆਏ, ਪੰਡਾਲ ਸੱਜਿਆ ਸੀ, ਜਜ਼ਮਾਨ ਬੈਠੇ ਸੀ, ਜਜ਼ਮਾਨ ਹੁੰਦੇ ਆਡੀਅੰਸ, ਮਹਾਰਾਜ, ਤੇ ਆ ਚਬੂਤਰਾ ਛੜਿਆਂ ਦੇ ਵਿਹੜੇ ਵਾਂਗੂ ਖਾਲੀ ਚਮਕ ਰਿਹਾ ਸੀ। ਆਹੀ ਸੋਚਿਆ ਚਲੋ 2 ਘੜੀ ਜਜ਼ਮਾਨਾਂ ਲਈ ਰੌਣਕਾਂ ਲਾਈਏ। ਸੋ ਜਦੋਂ ਕਲਾਕਾਰ ਆਉਂਦੇ ਨਾ ਤੇ ਉਹਨਾਂ ਨੂੰ ਪੁੱਛਦੇ ਆ ਕਿ ਤੁਸੀਂ ਕਿੱਥੋਂ ਆ ਗਏ, ਤਾਂ ਉਹ ਜਿਹੜਾ ਦੂਜਾ ਮਰਾਸੀ ਹੈ ਨਾ ਉਹ ਜਵਾਬ ਦਿੰਦਾ ਆ ਕਿ ਜਦੋਂ ਉਹ ਸਟੇਜ ਤੇ ਆਏ ਨਾ ਤਾਂ ਪੰਡਾਲ ਸੱਜਿਆ ਹੋਇਆ ਸੀ, ਮਤਲਬ ਬਹੁਤ ਸਾਰੇ ਲੋਕੀ ਬੈਠੇ ਸੀ ਸਟੇਜ ਦੇ ਉੱਪਰ ਜਿਹੜਾ ਹੈ ਉਹ ਡਰਾਮਾ ਦੇਖਣ ਦੇ ਲਈ, ਪਰ ਹਜੇ ਕੋਈ ਜਿਹੜਾ ਹੈ ਸਟੇਜ ਤੇ ਆਇਆ ਹੀ ਨਹੀਂ ਸੀ। ਤੇ ਜਿਹੜਾ ਉਹ ਸਟੇਜ ਨਾ ਇਸ ਤਰ੍ਹਾਂ ਸੀ ਜਿਵੇਂ ਕਿ ਛੜਿਆਂ ਦੇ ਵਿਹੜਾ ਹੋਵੇ। ਛੜੇ ਮਤਲਬ ਹੁੰਦੇ ਕੁਆਰੇ ਜਿਹਦਾ ਵਿਆਹ ਨਾ ਹੋਇਆ ਹੋਵੇ। ਹੁਣ ਛੜਿਆਂ ਦੇ ਵਿਹੜੇ ਵਾਂਗੂ ਤਾਂ ਜਿਹੜਾ ਹੈ ਛੜਿਆਂ ਦੇ ਵਿਹੜੇ 'ਚ ਤਾਂ ਭੰਗ ਹੀ ਪੁੱਜਦੀ ਹੈ, ਕਿਉਂਕਿ ਜਿਹੜੇ ਦਾ ਵਿਆਹ ਹੀ ਨਾ ਹੋਇਆ ਹੋਵੇ, ਕੋਈ ਆੜ ਪਰਿਵਾਰ ਹੀ ਨਾ ਹੋਵੇ, ਤਾਂ ਬੱਚੇ ਵੀ ਨਾ ਹੋਣ, ਤਾਂ ਉੱਥੇ ਦਾ ਜਿਹੜਾ ਹੈ ਇਸ ਤਰ੍ਹਾਂ ਹੀ ਹੋਊਗਾ ਨਾ। ਅੱਜ ਚਬੂਤਰਾ ਛੜਿਆਂ ਦੇ ਵਿਹੜੇ ਵਾਂਗੂ ਖਾਲੀ ਚਮਕ ਰਿਹਾ ਸੀ, ਮਤਲਬ ਸੁਨਸਾਨ ਸੀ, ਰੌਣਕ ਹੀ ਹੈ ਨਹੀਂ ਸੀ। ਜਿੱਦਾਂ ਛੜਿਆਂ ਦਾ ਵਿਹੜਾ ਖਾਲੀ ਹੁੰਦਾ ਨਾ, ਸੁਨਸਾਨ, ਕੋਈ ਰੌਣਕ ਨਹੀਂ ਹੁੰਦੀ, ਉਸੇ ਤਰ੍ਹਾਂ ਪੰਡਾਲ ਵੀ ਬਿਲਕੁਲ ਜਿਹੜਾ ਹੈ ਸ਼ਾਂਤ ਸੀ ਔਰ ਜਿਹੜਾ ਹੈ ਉੱਥੇ ਕੋਈ ਰੌਣਕ ਨਹੀਂ ਸੀ। ਆਹੀ ਸੋਚਿਆ ਚਲੋ 2 ਘੜੀ ਜਜ਼ਮਾਨਾਂ ਲਈ ਰੌਣਕਾਂ ਲਾਈਏ। ਸੋ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਉਹ ਜਿਹੜਾ ਹੈ 2 ਘੜੀ ਲੋਕਾਂ ਦੇ ਨਾਲ ਗੱਲਬਾਤ ਕਰਕੇ ਰੌਣਕਾਂ ਲਾਉਣ, ਉਹਨਾਂ ਨੂੰ ਖੁਸ਼ ਕਰਨ। ਪਹਿਲਾ ਮਰਾਸੀ, ਤੇ ਰੁਪਈਆ ਧੇਲੀ ਹੱਥ ਧਰਾਈਏ, ਤੇ ਫਿਰ ਉਹਨਾਂ ਤੋਂ ਜਿਹੜਾ ਹੈ ਬਦਲੇ ਦੇ ਵਿੱਚ ਕੀ ਲਈਏ? ਪੈਸੇ। ਦੂਜਾ ਕਲਾਕਾਰ, ਅੱਛਾ ਅੱਛਾ, ਫਿਰ ਤੁਸੀਂ ਸਾਡੇ ਕਲਾਕਾਰ ਭਰਾ ਹੋਏ। ਦੂਜਾ ਮਰਾਸੀ, ਹੈ ਜੀ, ਕੀ ਆਖਿਆ? ਤੁਸੀਂ ਸਾਡੇ ਭਰਾ ਜੇ। ਬੱਲੇ ਬੱਲੇ, ਰੌਣਕਾਂ ਲੱਗੀਆਂ ਰਹਿਣ। ਓਏ ਟੱਕਣਾ ਆ ਵੇਖ, ਓਏ ਆਪਣੇ ਖਾਨਦਾਨੀ ਬਾਊ ਬਣੇ ਹੋਏ ਆ ਪੈਂਟਾਂ ਵੇਖ। ਪਹਿਲੇ ਦੀ ਪੈਂਟ ਨੂੰ ਹੱਥ ਲਾ ਕੇ ਪਲੋਸਦਾ ਹੋਇਆ ਆ ਲਿਸ਼ਕਣ ਪੁਸ਼ਕਣ, ਲਿਸ਼ਕਣ ਪੁਸ਼ ਹੁੰਦੀ ਆ ਟੌਰ। ਦੋਵੇਂ ਛਿੱਬੇ ਛਿੱਬੇ ਹੁੰਦੇ, ਸ਼ਰਮਿੰਦੇ ਜਿਹੇ ਪੈ ਕੇ। ਉਹ ਸਾਡਾ ਮਤਲਬ ਇਹ ਨਹੀਂ। ਦੂਜਾ ਮਰਾਸੀ, ਉਹ ਕੋਈ ਮਤਲਬ ਹੋਵੇ, ਉਹ ਲੋਕੋ ਵੇਖੋ ਓਏ, ਅਸੀਂ ਵੀ ਤਰੱਕੀ ਕਰ ਲਈ ਜੇ। ਪਹਿਲਾ ਕਲਾਕਾਰ, ਡਾਂਟ ਦੇ ਲੈਸੇ ਨਾਲ ਉਹ ਬੰਦੇ ਬਣ ਕੇ ਗੱਲ ਸੁਣਦੇ ਹੋ ਕਿ ਨਹੀਂ? ਦੋਵੇਂ ਮਰਾਸੀ ਛਹਿ ਕੇ ਬਹਿ ਜਾਂਦੇ। ਛਹਿ ਕੇ ਮਤਲਬ ਡਰ ਕੇ ਬਹਿ ਜਾਂਦੇ। ਦੂਜਾ ਕਲਾਕਾਰ, ਨਰਮੀ ਤੇ ਪਿਆਰ ਨਾਲ ਉਹਨਾਂ ਨੂੰ ਉਠਾ ਕੇ, ਉਹ ਬਈ ਸਾਡਾ ਮਤਲਬ ਹੈ ਕਿ ਅਸੀਂ ਕਲਾਕਾਰ ਹਾਂ, ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਕਲਾਕਾਰ। ਇਹ ਬੇਟੇ ਤੁਸੀਂ ਯਾਦ ਕਰਨਾ ਆ, ਕਿਉਂਕਿ ਪੇਪਰਾਂ 'ਚ ਪੁੱਛ ਲੈਂਦੇ ਆ ਕਿ ਜਿਹੜੇ ਦੋਨੋਂ ਕਲਾਕਾਰ ਸਟੇਜ ਤੇ ਆਏ ਸੀ ਅਸਲ ਮਾਇਨੇ ਦੇ ਵਿੱਚ ਉਹ ਹੈ ਕੌਣ ਸੀ। ਉਹ ਬੇਟੇ ਦੋਨੋਂ ਕਲਾਕਾਰ ਜਿਹੜੇ ਸਟੇਜ ਦੇ ਉੱਪਰ ਆਪਣਾ ਡਰਾਮਾ ਪੇਸ਼ ਕਰਨ ਦੇ ਲਈ ਆਏ ਸੀ ਨਾ, ਉਹ ਦੋਵੇਂ ਕਲਾਕਾਰ ਜਿਹੜੇ ਆ ਉਹ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਕਲਾਕਾਰ ਸੀ। ਤੇ ਉਹਨਾਂ ਦਾ ਜਿਹੜਾ ਕੰਮ ਸੀ ਨਾ ਕਾਫੀ ਹੱਦ ਤੱਕ ਕਿੰਨਾ ਵਰਗਾ ਸੀ? ਭੰਡ ਮਰਾਸੀਆਂ ਵਰਗਾ ਹੀ ਸੀ। ਪਹਿਲਾ ਮਰਾਸੀ, ਰੋਣ ਦੀ ਆਵਾਜ਼, ਉਹ ਮਰ ਗਏ ਉਹ ਲੋਕੋ, ਆ ਸਰਕਾਰ ਦੀ ਹੁਣ ਆ ਕਸਰ ਬਾਕੀ ਸੀ, ਸਾਡੀ ਗਰੀਬਾਂ ਦੀ ਰੋਟੀ ਖੋ ਲਈ। ਓਏ ਹੋਰ ਰੋਣ ਦੀ ਆਵਾਜ਼ 'ਚ, ਓਏ ਸਾਡਾ ਕੰਮ ਅਫਸਰਾਂ ਨੂੰ ਦੇ ਦਿੱਤਾ। ਓਏ ਦੂਜੇ ਨੂੰ ਲੈ ਕੇ ਖੁੰਝੇ ਬਹਿ ਜਾਂਦਾ ਹੈ। ਸੋ ਇਹ 'ਚ ਮਰਾਸੀ ਜਿਹੜਾ ਨਾ, ਪਹਿਲਾ ਮਰਾਸੀ, ਉਹਨੂੰ ਇਸ ਚੀਜ਼ ਦਾ ਡਰ ਆ ਕਿ ਜਿਹੜੀ ਸਰਕਾਰ ਆ ਉਹਨੇ
ਉਹਨਾਂ ਦਾ ਕੰਮ ਜਿਹੜਾ ਹੈ ਲੋਕਾਂ ਨੂੰ ਖੁਸ਼ ਕਰਨ ਦਾ ਉਹ ਕਲਾਕਾਰਾਂ ਨੂੰ ਦੇ ਦਿੱਤਾ ਆ। ਔਰ ਜੇ ਉਹਨਾਂ ਦਾ ਕੰਮ ਸਰਕਾਰ ਨੇ ਕਲਾਕਾਰਾਂ ਨੂੰ ਦੇ ਦਿੱਤਾ ਤਾਂ ਉਹਨਾਂ ਦਾ ਰੋਟੀ ਪਾਣੀ ਕਿੱਦਾਂ ਚੱਲੇਗਾ, ਉਹਨਾਂ ਦੇ ਘਰ-ਬਾਰ ਕਿਵੇਂ ਚੱਲਣਗੇ। ਤੇ ਉਹ ਵਿਚਾਰਾ ਜਿਹੜਾ ਹੈ ਉਦਾਸ ਹੋ ਕੇ ਇੱਕ ਖੁੰਝੇ ਤੇ ਲੱਗ ਕੇ ਬਹਿੰਦਾ ਆ ਪਹਿਲਾ ਕਲਾਕਾਰ। ਦੂਜੇ ਨੂੰ ਵਟ ਨੌਨਸੈਂਸ, ਤੂੰ ਵੀ ਯਾਰ ਕਮਾਲ ਕਰਦਾ ਹੈ, ਆ ਕਿ ਸੀੜੀ ਸਿਆਪਾ ਪਾ ਲਿਆ, ਇਹਨਾਂ ਕੰਜਰਾਂ ਨੇ ਤਾਂ ਰਾਜੇ ਮਹਾਰਾਜਿਆਂ ਨੂੰ ਗੱਲ ਨਹੀਂ ਸੀ ਆਉਣ ਦਿੱਤੀ, ਤੂੰ ਇਹਨਾਂ ਨਾਲ ਡਿਸਕਸ਼ਨ ਕਰਨ ਲੱਗ ਪਿਆ, ਇਹਨਾਂ ਨੂੰ ਕਰ ਪਰੇ ਤੇ ਡਰਾਮਾ ਸ਼ੁਰੂ ਕਰੀਏ। ਸੋ ਪਹਿਲਾ ਕਲਾਕਾਰ ਜਿਹੜਾ ਕਹਿੰਦਾ ਹੈ ਕਿ ਇਹ ਜਿਹੜੇ ਭੰਡ ਮਰਾਸੀ ਹੈ ਇਹ ਗੱਲਾਂ ਬਣਾਉਣ 'ਚ ਤਾਂ ਮਾਹਰ ਨੇ, ਆਪਣੀਆਂ ਗੱਲਾਂ ਦਾ ਖੱਟਿਆ ਤਾਂ ਇਹ ਖਾਂਦੇ ਆ, ਇਸ ਕਰਕੇ ਇਹਨਾਂ ਦੇ ਨਾਲ ਡਿਸਕਸ਼ਨ ਮਤਲਬ ਵਿਚਾਰ ਚਰਚਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਉਹ ਆਪਣਾ ਡਰਾਮਾ ਪੇਸ਼ ਕਰਨ ਆਏ ਆ, ਇਸ ਕਰਕੇ ਉਹਨਾਂ ਨੂੰ ਸਾਈਡ ਕਰਨ ਤੇ ਆਪਣਾ ਡਰਾਮਾ ਸ਼ੁਰੂ ਕਰਨ। ਦੂਜਾ ਕਲਾਕਾਰ ਪਹਿਲੇ ਨੂੰ ਸਮਝਾਉਣ ਵਾਲੇ ਲਹਿਜ਼ੇ ਵਿੱਚ, ਮਾਈ ਡੀਅਰ ਜਰਾ ਠਹਿਰ, ਕਾਲਾ ਨਾ ਪੈ ਦੋਹਾਂ ਮਰਾਸੀਆਂ ਵੱਲ। ਉਹ ਬਈ ਤੁਸੀਂ 2 ਮਿੰਟ ਮੇਰੀ ਗੱਲ ਜਰਾ ਕੰਨ ਖੋਲ ਕੇ ਜ਼ਬਾਨ ਬੰਦ ਕਰਕੇ ਸੁਣੋ। ਦੋਵੇਂ ਮਰਾਸੀ ਮੂੰਹ ਤੇ ਉਂਗਲੀ ਰੱਖ ਕੇ ਕੰਨਾਂ 'ਚ ਉਂਗਲੀ ਮਾਰ ਕੇ ਹਾਂ ਜੀ ਸਾਹਿਬ ਜੀ ਸੁਣਾਓ। ਦੂਜਾ ਕਲਾਕਾਰ ਬਈ ਅਸੀਂ ਤੁਹਾਡੀ ਰੋਜ਼ੀ ਰੋਟੀ ਤੇ ਲੱਤ ਨਹੀਂ ਮਾਰਦੇ, ਵੇਖੋ ਤੁਸੀਂ ਵੀ ਬੜੀਆਂ ਸਦੀਆਂ ਤੱਕ ਲੋਕਾਂ ਨੂੰ ਹਸਾਇਆ ਮਨਾਇਆ। ਪਹਿਲਾ ਮਰਾਸੀ ਤੇ ਰੁਪਇਆ ਹੱਥ ਧਰਾਇਆ। ਦੂਜਾ ਮਰਾਸੀ ਚਮੋਟਾ ਮਾਰ ਕੇ ਤੇਥੋਂ ਟਿਕ ਕੇ ਗੱਲ ਨਹੀਂ ਸੁਣ ਹੁੰਦੀ, ਵੱਡਾ ਖੜਪੈਂਚ। ਹਾਂ ਸਾਹਿਬ ਜੀ, ਖੜਪੈਂਚ ਦਾ ਆਕੜ ਖੋਜ ਜਾਂ ਆਕੜ ਹੋਵੇ। ਦੂਜਾ ਕਲਾਕਾਰ ਤੇ ਹੁਣ ਜ਼ਮਾਨਾ ਬਦਲ ਗਿਆ, ਲੋੜਾਂ ਬਦਲ ਗਈਆਂ, ਗੱਡਿਆਂ ਦੀ ਥਾਂ ਗੱਡੀਆਂ ਆ ਗਈਆਂ, ਹਲਾਂ ਦੀ ਥਾਂ ਟਰੈਕਟਰ ਆ ਗਏ ਕਿ ਨਾ। ਸੋ ਜਦੋਂ ਬੇਟੇ ਕਲਾਕਾਰ ਜਿਹੜੇ ਆ ਨਾ ਉਹ ਸਟੇਜ 'ਤੇ ਆਉਂਦੇ ਆ, ਦੋਨੋਂ ਮਰਾਸੀ ਡਰ ਜਾਂਦੇ ਆ ਨਾ। ਪਹਿਲੇ ਮਰਾਸੀ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਉਹਨਾਂ ਦੀ ਰੋਟੀ ਜਿਹੜੀ ਆ ਸਰਕਾਰ ਨੇ ਖੋਹ ਲਈ ਆ, ਉਹਨਾਂ ਦੇ ਪਰਿਵਾਰ ਕਿੱਦਾਂ ਚੱਲਣਗੇ, ਕਿਉਂਕਿ ਉਹਨਾਂ ਦਾ ਕੀਤਾ ਤਾਂ ਕਲਾਕਾਰਾਂ ਨੂੰ ਦੇ ਦਿੱਤਾ ਆ। ਤਾਂ ਉਸ ਸਮੇਂ ਜਿਹੜਾ ਹੈ ਉਹਨਾਂ ਨੂੰ ਦੂਜਾ ਕਲਾਕਾਰ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਕਿ ਕਹਿੰਦੇ ਕਿ ਜ਼ਮਾਨਾ ਬਦਲ ਗਿਆ ਹੈ, ਪਰਿਵਰਤਨ ਕੁਦਰਤ ਦਾ ਨਿਯਮ ਹੈ, ਹਮੇਸ਼ਾ ਸਮੇਂ-ਸਮੇਂ ਪਰਿਵਰਤਨ ਆਉਂਦੇ ਹੀ ਰਹਿੰਦੇ ਨੇ, ਕਿਉਂਕਿ ਅੱਜ ਕੱਲ੍ਹ ਮਨੁੱਖ ਦੀਆਂ ਲੋੜਾਂ ਬਦਲ ਗਈਆਂ। ਪਹਿਲਾਂ ਲੋੜਾਂ ਥੋੜ੍ਹੀਆਂ ਹੁੰਦੀਆਂ ਸੀ, ਅੱਜ ਕੱਲ੍ਹ ਲੋੜਾਂ ਬਦਲ ਗਈਆਂ ਨੇ। ਪਹਿਲਾਂ ਗੱਡੇ ਹੁੰਦੇ ਸੀ, ਹੁਣ ਗੱਡੀਆਂ ਆ ਗਈਆਂ। ਪਹਿਲਾਂ ਹਲ ਹੁੰਦੇ ਸੀ ਖੇਤੀਬਾੜੀ ਲਈ, ਤੇ ਹੁਣ ਕੀ ਆ ਗਿਆ, ਟਰੈਕਟਰ ਆ ਗਿਆ। ਇਸ ਕਰਕੇ ਸਮਾਂ ਬਦਲ ਰਿਹਾ ਆ। ਜੇ ਸਮਾਂ ਬਦਲ ਰਿਹਾ ਹੈ ਨਾ ਤਾਂ ਸਮੇਂ ਦੇ ਬਦਲਣ ਦੇ ਨਾਲ ਚੀਜ਼ਾਂ ਵੀ ਹੌਲੀ ਹੌਲੀ ਬਦਲ ਰਹੀਆਂ ਨੇ। ਦੋਵੇਂ ਮਰਾਸੀ ਠੀਕ ਜੀ ਠੀਕ। ਦੂਜਾ ਕਲਾ ਉਵੇਂ ਹੀ ਭਾਈ ਕਲਾ ਦੀ ਦੁਨੀਆ 'ਚ ਤਬਦੀਲੀ ਆਉਣੀ ਬਣਦੀ ਸੀ ਨਾ। ਦੂਜਾ ਮਰਾਸੀ 7 ਬਚਨ ਜੀ ਠੀਕ, ਬਿਲਕੁਲ ਠੀਕ, 16 ਆਨੇ ਸੱਚ। ਪਹਿਲਾ ਮਰਾਸੀ ਤੇ ਰੁਪਇਆ ਹੱਥ। ਸੋ ਇਸ ਤਰ੍ਹਾਂ ਨੂੰ ਸਮਝਾਉਂਦੇ ਆ ਕਿ ਜੇ ਬਾਕੀ ਚੀਜ਼ਾਂ ਬਦਲ ਗਈਆਂ ਹੈ ਨਾ ਤਾਂ ਕਲਾ ਦੀ ਦੁਨੀਆ ਦੇ ਵਿੱਚ ਵੀ ਪਰਿਵਰਤਨ ਆਉਣਾ ਲਾਜ਼ਮੀ ਹੀ ਸੀ, ਬਣਦਾ ਹੀ ਸੀ। ਪਹਿਲਾ ਕਲਾਕਾਰ ਉਸੇ ਤਰ੍ਹਾਂ ਹੁਣ ਤੁਹਾਡੇ ਵਾਲੇ ਕੰਮ ਦੇ ਵੀ ਰੂਪ ਬਦਲ ਗਏ ਨੇ, ਬਕਾਇਦਾ ਮੰਡਲੀਆਂ ਬਣ ਗਈਆਂ ਨੇ, ਸਟੇਜਾਂ ਲੱਗਦੀਆਂ ਤੇ ਕਲਾਕਾਰ ਆ ਕੇ ਬਾਤਾਂ ਸੁਣਾਉਂਦੇ। ਕਹਿੰਦੇ ਕਿ ਕੰਮ ਬੇਸ਼ੱਕ ਉਹੀ ਹੈ ਲੋਕਾਂ ਨੂੰ ਹਸਾਉਣ ਦਾ, ਪਰ ਉਹਦਾ ਰੂਪ ਬਦਲ ਗਿਆ ਹੈ, ਕਿਉਂਕਿ ਹੁਣ ਜਿਹੜਾ ਹੈ ਉਹ ਕੀ ਬਣ ਗਈਆਂ ਆ, ਮੰਡਲੀਆਂ, ਗਰੁੱਪ ਬਣ ਗਏ ਆ। ਹੁਣ ਬਕਾਇਦਾ ਜਿਹੜੀਆਂ ਆ ਸਟੇਜਾਂ ਲੱਗਦੀਆਂ ਤੇ ਕਲਾਕਾਰ ਜਿਹੜੇ ਆ ਸਟੇਜ ਦੇ ਉੱਪਰ ਆ ਕੇ ਗੱਲਾਂ ਬਾਤਾਂ ਸੁਣਾਉਂਦੇ ਆ, ਲੋਕਾਂ ਨੂੰ ਖੁਸ਼ ਕਰਕੇ ਉਹਨਾਂ ਨੂੰ ਜਿਹੜੇ ਆ ਪੈਸੇ ਮਿਲਦੇ ਆ। ਦੂਜਾ ਸਾਡੇ ਵਾਂਗੂ ਜੀ। ਪਹਿਲਾ ਮਰਾਸੀ ਹਾਂ ਇਹ ਤੁਹਾਡੇ ਵਾਲਾ ਕੀਤਾ ਮਾੜਾ ਨਹੀਂ ਗਿਣਿਆ ਜਾਂਦਾ, ਇਹਨੂੰ ਲੋਕ ਸਤਿਕਾਰ ਦੀ ਨਜ਼ਰ ਨਾਲ ਵੇਖਦੇ। ਪਹਿਲਾਂ ਜਿਹੜੇ ਆ ਭੰਡ ਮਰਾਸੀਆਂ ਨੂੰ ਲੋਕੀ ਜਿਹੜੇ ਆ ਨਾ ਮੰਗ ਖਾਣੀ ਜਾਤ ਮੰਗਦੇ ਸੀ ਕਿ ਇਹਨਾਂ ਦਾ ਮੁੱਖ ਕੀਤਾ ਲੋਕਾਂ ਕੋਲੋਂ ਮੰਗ ਕੇ ਖਾਣਾ ਆ, ਪਰ ਹੁਣ ਲੋਕਾਂ ਨੂੰ ਸਮਝ ਆ ਗਈ ਹੈ ਕਿ ਇਹ ਲੋਕ ਵੀ ਜਿਹੜੇ ਆ ਮਾੜੇ ਨਹੀਂ ਆ, ਕਿਉਂਕਿ ਇਹ ਆਪਣੀਆਂ ਗੱਲਾਂ ਨਾਲ ਲੋਕਾਂ ਨੂੰ ਖੁਸ਼ ਕਰਕੇ ਹਸਾਉਂਦੇ ਆ ਤੇ ਦਮੜੇ ਲੈਂਦੇ ਆ। ਦੂਜਾ ਮਰਾਸੀ ਹੈਰਾਨੀ ਨਾਲ ਹਲਾ ਜੀ। ਦੂਜਾ ਕਲਾਕਾਰ ਹਾਂ ਅਸੀਂ ਵੀ ਇਸੇ ਤਰ੍ਹਾਂ ਦੇ ਕਲਾਕਾਰ ਹਾਂ, ਸਰਕਾਰ ਸਾਨੂੰ ਤਨਖਾਹਾਂ ਦਿੰਦੀ ਹੈ, ਅਸੀਂ ਪਿੰਡਾਂ 'ਚ ਜਾਈਏ, ਉੱਥੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣੀਏ ਸਮਝੀਏ ਤੇ ਫਿਰ ਕਲਾ ਦੀ ਪੁੱਠ ਦੇ ਕੇ ਇਹਨਾਂ ਗੱਲਾਂ ਨੂੰ ਉਹਨਾਂ ਨੂੰ ਸਮਝਾਈਏ। ਸੋ ਕਲਾਕਾਰ ਉਹਨਾਂ ਨੂੰ ਸਮਝਾਉਂਦਾ ਆ ਕਿ ਹੁਣ ਕਲਾ ਦਾ ਰੂਪ ਬਦਲ ਗਿਆ ਆ, ਹੁਣ ਅਸੀਂ ਜਿਹੜਾ ਕੀ ਕਰਦੇ ਆ, ਸਰਕਾਰ ਜਿਹੜੀ ਆ ਹੁਣ ਉਹ ਲੋਕਾਂ ਕੋਲੋਂ ਪੈਸੇ ਨਹੀਂ ਲੈਂਦੇ, ਸਰਕਾਰ ਉਹਨਾਂ ਨੂੰ ਤਨਖਾਹ ਦਿੰਦੀ ਹੈ। ਉਹ ਕੀ ਕਰਦੇ ਆ, ਪਿੰਡਾਂ ਦੇ ਵਿੱਚ ਜਾਂਦੇ ਆ, ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਆ, ਔਰ ਜੇ ਉਹਨੂੰ ਜਿਹੜਾ ਹੈ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਨੂੰ ਕਲਾ ਦਾ ਰੂਪ ਦੇ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਆ, ਉਹਨਾਂ ਨੂੰ ਹਸਾਉਂਦੇ ਆ ਤੇ ਇਸ ਤਰ੍ਹਾਂ ਜਿਹੜਾ ਹੈ ਉਹ ਲੋਕਾਂ ਕੋਲੋਂ ਪੈਸੇ ਲੈਂਦੇ ਆ। ਪਹਿਲਾ ਅੱਛਾ ਜੀ ਆ ਤਾਂ ਫਿਰ ਕਮਾਲ ਹੀ ਹੋਈ ਪਈ ਹੈ, ਧੋਤੀ ਪਾਟ ਕੇ ਰੁਮਾਲ ਹੋਈ ਪਈ ਹੈ। ਦੂਜਾ ਮਰਾਸੀ ਫਿਰ ਝਿੜਕ ਕੇ ਤਾਂ ਫਿਰ ਸਾਹਿਬ ਜੀ ਰੋਣ ਦੀ ਆਵਾਜ਼, ਅਸੀਂ ਕਿੱਥੇ ਜਾਈਏ, ਸਰਕਾਰ ਨੇ ਸਾਡਾ ਵਾਲਾ ਕੰਮ ਤਾਂ ਤੁਹਾਨੂੰ ਦੇ ਦਿੱਤਾ, ਅਸੀਂ ਬੱਚੇ ਕਿੱਥੋਂ ਪਾਲੀਏ, ਮਾਪਿਆਂ ਲਿਓ। ਪਹਿਲਾ ਕਲਾਕਾਰ ਦੂਜੇ ਨਾਲ ਸਲਾਹ ਮਸ਼ਵਰਾ ਕਰਦੇ ਹਾਂ, ਅਸੀਂ ਮੀਰਜ਼ਾਦਿਓ ਘਬਰਾਓ ਨਾ, ਤੁਸੀਂ ਉਹ ਕਿਉਂ ਨਹੀਂ ਕਰਦੇ ਬਈ,
ਸਾਡੇ ਡਰਾਮੇ 'ਚ ਪਾਰਟ ਕਰੋ, ਕਲਾਕਾਰ ਤੁਸੀਂ ਵੀ ਹੋ, ਬਸ ਗੱਲ ਆਪਣੇ ਕੋਲੋਂ ਨਹੀਂ ਬਣਾਉਣੀ, ਜੋ ਸਾਡਾ ਡਾਇਰੈਕਟਰ ਸਾਹਿਬ ਦੱਸਣ ਉਹੀ ਬੋਲਣੀ ਹੈ। ਸੋ ਉਹਨਾਂ ਨੂੰ ਜਿਹੜਾ ਹੈ ਧੀਰਜ ਦਿੰਦੇ ਆ, ਹੌਸਲਾ ਦਿੰਦੇ ਆ, ਔਰ ਕੀ ਕਹਿੰਦੇ ਆ ਕਿ ਤੁਸੀਂ ਵੀ ਕਲਾਕਾਰ ਹੋ, ਅਸੀਂ ਵੀ ਕਲਾਕਾਰ ਹਾਂ, ਬਸ ਫ਼ਰਕ ਕਿੰਨਾ ਆ ਕਿ ਤੁਸੀਂ ਜਿਹੜਾ ਹੈ ਗੱਲ ਆਪਣੇ ਵੱਲੋਂ ਆਖਦੇ ਹੋ ਅਤੇ ਅਸੀਂ ਜੋ ਵੀ ਸਮੱਸਿਆ ਚੱਕਦੇ ਹਾਂ ਉਹਨੂੰ ਕਲਾ ਦਾ ਰੂਪ ਦੇ ਕੇ ਪੇਸ਼ ਕਰਦੇ ਹਾਂ। ਇਸ ਕਰਕੇ ਹੁਣ ਉਹ ਉਹਨਾਂ ਦੇ ਨਾਲ ਮਿਲ ਕੇ ਆਪਣੀ ਕਲਾ ਦਿਖਾਉਣ, ਬਸ ਫ਼ਰਕ ਸਿਰਫ ਇੰਨਾ ਹੈ ਕਿ ਉਹਨਾਂ ਨੇ ਆਪਣੇ ਵੱਲੋਂ ਕੋਈ ਗੱਲ ਨਹੀਂ ਆਖਣੀ, ਜੋ ਉਹਨਾਂ ਨੂੰ ਡਾਇਰੈਕਟਰ ਸਾਹਿਬ ਦੱਸਣਗੇ ਉਹ ਉਹੀ ਡਾਇਲੌਗਸ ਬੋਲਣਗੇ। ਦੂਜਾ ਮਰਾਸੀ ਮਤਲਬ ਖੁੱਲਾ ਝੱਗਾ ਛੱਡ ਕੇ ਤੇ ਸੀਪਿਆ ਹੋਇਆ ਪਾਉਣਾ, ਕਿ ਜਿਸ ਤਰ੍ਹਾਂ ਖੁੱਲਾ ਝੱਗਾ ਚਾਦਰਾ ਤੇ ਸਿਰ ਤੇ ਪਰਨਾ ਲੈਂਦੇ ਸੀ ਉਹ ਨਹੀਂ ਪਾਉਣਾ ਉਹਨਾਂ ਨੇ। ਹੁਣ ਉਹਨਾਂ ਨੂੰ ਜਿਹੜੇ ਆ ਪ੍ਰੋਪਰ ਕੀ ਮਿਲਣਗੇ, ਕਾਸਟਿਊਮਸ ਮਿਲਣਗੇ। ਦੂਜਾ ਕਲਾ ਆਹੋ ਤੇ ਨਾਲੇ ਦਿਹਾੜੀ ਤੁਹਾਨੂੰ ਸਰਕਾਰ ਦੇਵੇਗੀ, ਪੈਸੇ ਵੀ ਉਹਨਾਂ ਨੇ ਲੋਕਾਂ ਕੋਲੋਂ ਨਹੀਂ ਲੈਣੇ, ਕਿੱਥੋਂ ਲੈਣੇ ਆ, ਸਰਕਾਰ ਵੱਲੋਂ ਬਕਾਇਦਾ ਉਹਨਾਂ ਨੂੰ ਤਨਖਾਹ ਮਿਲੇਗੀ। ਦੂਜਾ ਹਲਾ ਜੀ ਠੀਕ ਹੈ, ਫਿਰ ਦਰਸ਼ਕਾਂ ਨੂੰ ਬੱਚਿਆ ਆ ਲਿਓ ਘਰ ਬਾਈ ਉਹ ਨਾ ਆਏ ਕਿ ਆਏ ਆ, ਬਸ ਜਰਾ ਕੋ ਰੂਪ ਬਦਲਣ ਲੱਗੇ ਆ, ਮਤਲਬ ਆਪਣੀ ਲੁੱਕ ਚੇਂਜ ਕਰਨ ਲੱਗੇ ਆ। ਪਹਿਲਾ ਮਰਾਸੀ ਕਾਲਿਓ ਬੱਗੇ, ਬੱਗੇ ਮਤਲਬ ਗੋਰੇ। ਪਹਿਲਾਂ ਉਹ ਆਪਣੀ ਓਰੀਜਨਲ ਲੁੱਕ 'ਚ ਆਉਂਦੇ ਸੀ ਨਾ, ਕੋਈ ਮੇਕਅਪ ਵਗੈਰਾ ਨਹੀਂ ਸੀ ਕਰਦੇ, ਪਰ ਹੁਣ ਜਿਹੜੇ ਆ ਉਹ ਕੀ ਕਰਨ ਲੱਗੇ ਆ, ਕਾਲਿਓ ਬੱਗੇ ਹੋਣ ਲੱਗੇ, ਗੋਰੇ ਮਤਲਬ ਹੁਣ ਪ੍ਰੋਪਰ ਮੇਕਅਪ ਕਰਕੇ ਆਉਣਗੇ ਦੋਵੇਂ ਕਲਾਕਾਰ। ਚਲੋ ਫਿਰ ਜਲਦੀ ਕਰੋ, ਪਹਿਲਾਂ ਹੀ ਦੇਰ ਬਹੁਤ ਹੋ ਗਈ ਹੈ, ਸਾਰੇ ਮੰਚ ਦੇ ਪਿੱਛੇ ਚਲੇ ਜਾਂਦੇ ਆ। ਸੋ ਫਿਰ ਜਿਹੜੇ ਆ ਸਾਰੇ ਜਾਣੇ ਕੀ ਕਰਦੇ ਆ, ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਲਈ ਬਿਹਾਈਂਡ ਦਾ ਸੀਨ ਮਤਲਬ ਮੰਚ ਪਿੱਛੇ ਚਲੇ ਜਾਂਦੇ ਆ, ਤਾਂ ਕਿ ਉਹ ਤਿਆਰੀ ਕਰਕੇ ਆਪਣੀ ਜਿਹੜੀ ਹੈ ਉਹ ਕਲਾ ਦਾ ਪ੍ਰਦਰਸ਼ਨ ਸਟੇਜ 'ਤੇ ਕਰ ਸਕਣ। ਸੋ ਇਸ ਤਰ੍ਹਾਂ ਰਾਜੇ ਪਹਿਲੇ ਦ੍ਰਿਸ਼ ਦੇ ਵਿੱਚ ਜਿਹੜੀ ਹੈ ਸਾਨੂੰ ਪੁਰਾਣੀ ਕਲਾਕਾਰੀ ਦਿਖਾਈ ਗਈ ਆ, ਕਿ ਪੁਰਾਣੇ ਸਮੇਂ ਦੇ ਵਿੱਚ ਭੰਡ ਮਰਾਸੀਆਂ ਦੀ ਕਲਾ ਕਿਵੇਂ ਸਾਡੇ ਸਾਹਮਣੇ ਪ੍ਰਦਰਸ਼ਿਤ ਹੁੰਦੀ ਸੀ। ਠੀਕ ਹੈ, ਓਕੇ ਬੇਟਾ।